मुझे नवाजे तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे साडे दर्शकों ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਐਂਡ ਜੈ ਗੁਰਦੇਵ। ਅੱਜ ਇਹ ਟੋਕ ਸ਼ੋ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਐਲਕੋਹਲਿਜ਼ਮ ਐਂਡ ਡਰੱਗਸ ਦੇ ਬਾਰੇ। ਉਮੀਦ ਕਰਦੀ ਹਾਂ ਕਿ ਇਹ ਸ਼ੋ ਸਾਡੇ ਕਿਸੇ ਨਾ ਕਿਸੇ ਸਦੱਸਿਆ ਲਈ ਜ਼ਰੂਰ ਸਿਹਤਮੰਦ ਹੋਏਗਾ ਤੇ ਇਹਦੇ ਤੋਂ ਅਸੀਂ ਕੁਝ ਨਾ ਕੁਝ ਜਾਣਕਾਰੀ ਲੈ ਸਕਾਂਗੇ। मैं बलबीर कौर तुहाडे लई ते मेरे नाल अज दे मेरे गैसट जो है जैस रॉय तुहाडे लई इन्फॉर्मेशन लैके आए एल्कोहलिज्म एंड ड्रग अवेयरनेस के बारे। तो इंट्रोड्यूस करते हैं जैस नूं साडे नाल। जैस जी तुहाडा बहुत बहुत शुक्रिया साडे काशी टीवी ते आउण लई ते एक बहुत वड्डी इन्फॉर्मेशन तुसीं साडे लई साडे देखण वालियां लई लैके आए स्पैशली एल्कोहलिज्म एंड ड्रग्स के बारे। सो ड्रग्स के बारे तुसीं किस तरीके दे नाल जानकारी लित्ती, थोड़ा जिहा अपने बारे तुसीं पहले सानूं दस्सो। मैं खुद एक नशेई हाँ, रिकवरिंग एल्कोहलिक। हाँ जी। ते मैं जदों ज़्यादा मेरी शराबती हो सकी मैं लीटर वोडका का दिहाड़ी च पी जाता सका। तो 70 CL जी आम बोतल आ वो मेरे नॉर्मल सी। मैं 17 साल की उम्र ते शराब पीनी शुरू की ते तकरीबन 26 साल की उम्र तक मैं एक पूरा नशेई बन चुका सका। सो मैं कदे नहीं सी सोचा अपने बचपन च जां ईवन टीनेज ईयर्स च कि मैं कदे इदां होऊंगा कि नशे ते मैं इन्ना सहारा तकूँगा। पर माहौल इदां दे बन गए जां जिंदगी दे कुछ प्रॉब्लमां जां कुछ भी तुसीं कह लो, पर मैं अपने वो शराब नूं अपना परिवार नूं छड्ड के मैं एक शराब नूं अपना सहारा बना लिया। ਤੁਸੀਂ ਕਹਿ ਰਹੇ ਸੀ ਵੀ ਜਿੱਦਾਂ ਤੁਸੀਂ ਸਟਾਰਟ ਕੀਤੇ 17 ਸਾਲਾਂ ਦੇ ਜਦੋਂ ਤੁਸੀਂ ਕਿ ਸਟਾਰਟ ਕੀਤੇ ਸੀ, ਕੀ ਤੁਹਾਨੂੰ ਕਿਸ ਕਰਕੇ ਤੁਸੀਂ ਬਿਕੋਜ਼ ਯੋਰ ਗਰੁੱਪ ਵਾਸ ਲਾਈਕ ਦੈਟ ਜਾਂ ਜਿਹੜੀ ਫਰੈਂਡਸ਼ਿਪ ਤੁਹਾਡੀ ਜਿਹੜੀ ਸੀਗੀ ਜਿਨ੍ਹਾਂ ਦੇ ਨਾਲ ਉਹ ਡਰਿੰਕ ਕਰਦੇ ਸੀ ਕਿ ਵੀ ਤੁਸੀਂ ਵੀ ਟਰਾਈ ਕਰੋ, ਕਈ ਵਾਰੀ ਇੱਦਾਂ ਹੋ ਜਾਂਦਾ। ਮੈਂ ਕਾਲਜ ਪੜ੍ਹਦਾ ਹੁੰਦਾ ਸੀਗਾ ਤੇ ਮੇਰੇ ਜਿਹੜੇ ਜ਼ਿਆਦਾ ਨਜ਼ਦੀਕ ਦੋ ਮੇਰੇ ਮਿੱਤਰ ਸੀਗੇ, ਫਰੈਂਡ ਸੀਗੇ। ਹਾਂਜੀ। ਇੱਕ ਗੋਰਾ ਸੀਗਾ ਤੇ ਇੱਕ ਪਾਕਿਸਤਾਨੀ ਭਰਾ ਸੀਗਾ। ਹਾਂਜੀ। ਤੇ ਉਹ ਪਿੰਦੇ ਨਹੀਂ ਸੀਗੇ। ਹਾਂਜੀ। ਪਰ ਜਿੱਦਾਂ ਦਾ ਨਾ ਉੱਥੇ ਕਾਲਜ ਦਾ ਮਾਹੌਲ ਬਣ ਗਿਆ, ਮੇਰੇ ਗੋਰੇ ਫਰੈਂਡ ਦੇ ਉਹਦੇ ਬਰਥਡੇ ਸੀਗੇ ਤੇ ਉਹ ਕਹਿੰਦੇ ਚੱਲ ਪੱਬ ਨੂੰ ਚੱਲੀਏ। ਹਾਂਜੀ। ਉੱਥੋਂ ਕਰਕੇ ਦੂਸਰੇ ਮੁੰਡੇ ਜਿਹੜੇ ਮੇਰੇ ਹੋਰ ਫਰੈਂਡ ਵੀ ਸੀਗੇ ਉਹਨਾਂ ਤੋਂ ਇਲਾਵਾ ਤੇ ਅਸੀਂ ਉਹਨਾਂ ਨੂੰ ਦੇਖ ਕੇ ਸੀ ਕਿ ਚੱਲ ਪੀ ਲੈਂਦੇ ਹਾਂ। ਪਾਕਿਸਤਾਨੀ ਮੁੰਡੇ ਨੇ ਤਾਂ ਨਹੀਂ ਪੀਤੀ, ਪਰ ਮੈਂ ਤਾਂ ਮੇਰੇ ਗੋਰੇ ਫਰੈਂਡ ਨੇ ਅਸੀਂ ਬੀਰ ਪੀਤੀ, ਮੈਂ ਸ਼ੈਂਡੀ ਪੀਤੀ। ਹਾਂਜੀ। ਪਰ ਉਹ ਸ਼ੈਂਡੀ ਤੋਂ ਜਿੱਦਾਂ ਕਹਿ ਲਓ ਸਵਾਦ ਤਾਂ ਨਹੀਂ ਲੱਗੀ, ਪਰ ਉਹਦਾ ਜਿਹੜਾ ਇਫੈਕਟ ਸੀਗਾ ਉਹ ਚੰਗਾ ਲੱਗਾ। ਸੋ ਬੇਸਿਕਲੀ ਉਹਦੇ ਨਾਲ ਤੁਹਾਨੂੰ ਰਿਲੈਕਸ ਫੀਲ ਹੋਇਆ ਕਿ ਨਸ਼ਾ ਜਿਹੜਾ ਸੀਗਾ ਇਟ ਜਸਟ ਮੇਡ ਮੀ ਰਿਲੈਕਸਡ। ਤੇ ਉਹ ਇੱਕੋ ਹੀ ਪੈਂਟ ਸੀਗਾ, ਪਰ ਉਹਦਾ ਜਿਹੜੀ ਫੀਲਿੰਗ ਸੀਗੀ ਨਾ ਇਹ ਜਿੱਦਾਂ ਤੁਸੀਂ ਕਹਿੰਦੇ ਰਿਲੈਕਸਡ, ਉਹ ਤੋਂ ਫਿਰ ਜਦੋਂ ਜ਼ਿਆਦਾ ਪੀਣ ਲੱਗ ਪਏ 2-3 ਗਲਾਸ ਉਹ 'ਚ ਤੁਸੀਂ ਕਾਲਜ ਦੀਆਂ ਪਾਰਟੀਆਂ ਹੁੰਦੀਆਂ ਸੀਗੀਆਂ in the 1980s 80s 'ਚ, ਤੇ ਉੱਥੇ ਜਾ ਕੇ ਫਿਰ ਉੱਦਾਂ ਦਾ ਕਦੇ ਭੰਗੜਾ ਪਾਉਣਾ ਨਹੀਂ ਤੇ ਫਿਰ ਜਦ ਸ਼ਰਾਬ ਪੀ ਲੈਣੀ ਤੇ ਫਿਰ ਭੰਗੜਾ ਵੀ ਖੁੱਲ੍ਹ ਕੇ ਪਾਉਣ ਲੱਗ ਪੈਣਾ। ਫਿਰ ਉਹ ਦੋਸਤਾਂ ਨੇ ਤੇਨਾਂ ਸ਼ੁਕਰ ਵੀ ਕਰਨਾ। ਸੋ ਇੱਥੋਂ ਜਾਨੀ ਕੌਨਫੀਡੈਂਸ ਵੱਧ ਜਾਂਦਾ ਸੀਗਾ ਸ਼ਰਾਬ ਦੇ ਨਾਲ। ਸੋ ਇੱਕ ਕਿਸਮ ਦਾ ਤੁਸੀਂ ਕਹਿ ਰਹੇ ਹੋ ਵੀ ਐਲਕੋਹਲ ਜਦੋਂ ਤੁਸੀਂ ਪੀਂਦੇ ਸੀਗੇ ਇੱਕ ਕੌਨਫੀਡੈਂਟ ਜਿਹੜਾ ਸੀਗਾ, ਕਿ ਤੁਹਾਨੂੰ ਲੱਗਦਾ ਸੀ ਵੀ ਕਿਤੇ ਤੁਹਾਡੇ ਕੋਲ ਲੈਕ ਆਫ ਕੌਨਫੀਡੈਂਟ ਹੈਗਾ ਤਾਂ ਕਰਕੇ ਤੁਸੀਂ ਉਹ ਸ਼ਰਾਬ ਨੂੰ ਅਪਣਾਉਂਦੇ ਸੀਗੇ? ਉਸ ਵੇਲੇ ਨਹੀਂ ਸੀ ਮੈਂ ਮਹਿਸੂਸ ਕਰਦਾ ਕਿ ਮੇਰੀ 'ਚ ਕੌਨਫੀਡੈਂਸ ਘੱਟ ਸੀਗਾ। ਹਾਂਜੀ। ਪਰ ਜਦੋਂ ਮੈਂ ਸ਼ਰਾਬ ਛੱਡੀ ਆ, ਹਾਂਜੀ, ਤੇ ਜਦੋਂ ਮੈਂ ਆਪਣੇ ਆਪ 'ਚ ਜਦੋਂ ਮੈਂ ਜਿਹੜੇ ਗਰੁੱਪਾਂ 'ਚ ਮੈਂ ਜਾਂਦਾ ਸੀਗਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ, ਖਾਸ ਕਰਕੇ ਐਲਕੋਹਲ ਐਨੋਨਿਮਸ, ਉਹ ਗਰੁੱਪਾਂ ਤੁਹਾਨੂੰ ਸਿਖਾਉਂਦੀਆਂ ਆ ਹਾਂਜੀ ਕਿ ਯੂ ਹੈਵ ਟੂ ਵਰਕ ਔਨ ਯੋਰਸੈਲਫ। ਤੁਹਾਨੂੰ ਆਪਣੇ ਆਪ 'ਤੇ ਪੜਚੋਲ ਕਰਨੀ ਪੈਂਦੀ ਹੈ। ਤੁਸੀਂ ਬਚਪਨ ਤੋਂ ਲੈ ਕੇ ਟੂ ਦੈਟ ਪੁਆਇੰਟ ਉਸ ਸਮੇਂ ਤੱਕ ਕੀ ਤੁਹਾਡੀ ਜ਼ਿੰਦਗੀ ਵਿੱਚ ਕਮੀ ਸੀਗੀ, ਕੀ ਤੁਸੀਂ ਮਹਿਸੂਸ ਕਰਦੇ ਸੀਗੇ ਬਚਪਨ 'ਚ, ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਸੀਗੀ। ਸੋ ਉਹ ਜਦੋਂ ਮੈਂ ਪੜਚੋਲ ਕੀਤੀ ਆਪਣੇ 'ਤੇ, ਜਦੋਂ ਮੈਂ ਆਪਣੇ 'ਤੇ ਮਿਹਨਤ ਕੀਤੀ, ਮੈਂ ਰੀਅਲਾਈਜ਼ ਕੀਤਾ ਕਿ ਮੇਰੇ 'ਚ ਲੱਕ ਕੌਨਫੀਡੈਂਸ ਵੀ ਸੀਗਾ ਤੇ ਮੈਂ ਖੁਦ ਆਪਣੇ ਆਪ ਦੇ ਵਿੱਚ ਖੁਸ਼ ਨਹੀਂ ਸੀਗਾ। ਸੋ ਬੇਸਿਕਲੀ ਫਿਰ ਤੁਸੀਂ ਇਹ ਕਹੋਗੇ ਵੀ ਕੌਨਫੀਡੈਂਟ ਉਸ ਟਾਈਮ ਤੇ ਤੁਹਾਨੂੰ, ਬਿਕੋਜ਼ ਉਸ ਟਾਈਮ ਤੇ ਤੁਸੀਂ ਗਰੋ ਵੀ ਹੋ ਰਹੇ ਸੀ, ਯੂ ਵਾਸ 17 that time ਐਂਡ ਆਪਣੇ ਆਪ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ, ਯੂ ਆਰ ਲਾਈਕ ਅ ਟੀਨੇਜਰ that time। ਤੇ
ਉਸ ਟਾਈਮ ਤੇ ਤੁਸੀਂ ਜਿੱਦਾਂ ਜਿਹੜੇ ਹੁਣ ਟੀਨੇਜਰਸ ਹੈਗੇ ਆ ਕਿ ਤੁਹਾਨੂੰ ਲੱਗਦਾ ਵੀ ਉਹ ਵੀ ਸੇਮ ਸਿਚੁਏਸ਼ਨ, ਉਹਨਾਂ ਨੂੰ ਵੀ ਆਪਣੇ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ ਤਾਂ ਕਰਕੇ ਉਹ ਜਿੱਦਾਂ ਨਾ ਦੇ ਡਿਸਕਵਰਿੰਗ ਦੈਮਸੈਲਵਸ, ਹਾਂਜੀ ਹੈ ਨਾ, ਦੇ ਡਿਸਕਵਰਿੰਗ ਦੈਮਸੈਲਵਸ, ਤੇ ਉਹ ਵੀ ਉਹਨਾਂ ਨੂੰ ਵੀ ਖੁਦ ਨਹੀਂ ਪਤਾ। ਹੁਣ ਜੇ ਅਸੀਂ ਮੇਰੇ ਨਿਆਣੇ ਆ, ਜੇ ਮੈਂ ਉਹਨਾਂ ਨੂੰ ਦੱਸਾਂ ਜਿੱਦਾਂ ਮੇਰੇ ਮਾਪਿਆਂ ਨੇ ਦੱਸਿਆ ਸੀਗਾ ਕਿ ਇਹਨਾਂ ਚੀਜ਼ਾਂ ਦੇ ਲਾਗੇ ਨਾ ਜਾਓ, ਹਾਂਜੀ, ਹੈ ਨਾ, ਮੇਰੇ ਬੱਚੇ ਵੀ ਉੱਦਾਂ ਹੀ, ਅਸੀਂ ਉਹਨਾਂ ਨੂੰ ਸਮਝਾਈਦਾ ਆ, but they want to experiment themselves. ਇਹ ਵੀ ਹੋ ਜਾਂਦਾ ਜਦੋਂ ਤੁਸੀਂ ਟੀਨੇਜਰ ਦੈਟ ਏਜ ਦੇ ਵਿੱਚ ਯੂ ਵਾਂਟ ਟੂ ਐਕਸਪੈਰੀਮੈਂਟ ਲੋਟ ਆਫ ਥਿੰਗਸ ਐਜ਼ ਵੈਲ। ਪਰ ਸੋ ਬੇਸ਼ੱਕ ਮੇਰੇ ਮਾਪਿਆਂ ਨੇ ਵੀ ਕਿਹਾ ਸੀਗਾ ਕਿ ਤੂੰ ਪੀਣੀ ਚੰਗੀ ਨਹੀਂ ਆ, ਹਾਂਜੀ, ਪਰ ਫਿਰ ਵੀ ਅਸੀਂ ਮੁੱਲੀ ਕਹਿਣਾ ਟਰਾਈ ਕਰਦੇ। ਪਰ ਜਦੋਂ ਉਹ ਤੁਹਾਨੂੰ ਉਹ ਨਸ਼ੇ ਦਾ ਜਿਹੜਾ ਇਫੈਕਟ ਸੀਗਾ, ਹਾਂਜੀ, ਉਹ ਤੁਸੀਂ ਪਸੰਦ ਕਰਨ ਲੱਗ ਪੈਂਦੇ। ਤੁਹਾਨੂੰ ਕਈਆਂ ਨੂੰ ਤਾਂ ਟੇਸਟ ਤਾਂ ਨਹੀਂ ਚੰਗਾ ਲੱਗਦਾ, ਸਾਨੂੰ ਸਾਰਿਆਂ ਨੂੰ ਪਤਾ ਜਦ ਗਲਾਸੀ ਲਾਉਂਦੇ ਮੂੰਹ ਨੂੰ ਤਾਂ ਕਿੱਦਾਂ ਅਸੀਂ ਕਰਦੇ ਹਾਂ, ਰਾਈਟ, ਨਾਲ ਕੋਈ ਚੀਜ਼ ਸਵੀਟ ਚੀਜ਼ ਜਾਂ ਸੇਵਰੀ ਅਸੀਂ ਕੋਲ ਰੱਖਦੇ ਹਾਂ। ਯਾ ਨਾਰਮਲੀ ਆਈਵ ਸੀਨ ਨਾਲ ਬੋਤਲ ਹੁੰਦੀ ਹੈ ਤੇ ਕੁਛ ਨਾ ਕੁਛ ਉਹਦੇ ਨਾਲ ਰੱਖਿਆ ਰੱਖਦੇ, ਕੋਈ ਕ੍ਰਿਪਸ ਰੱਖਦਾ, ਕੋਈ ਪੀਨਟ ਰੱਖਦੇ ਆ। ਸੋ ਇਸ ਦੀ ਇਫੈਕਟ, ਉਹਦਾ ਜਿਹੜਾ ਨਸ਼ਾ ਆ ਉਹ ਬੰਦੇ ਨੂੰ ਉਹ ਪਸੰਦ ਆ। ਜਸ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਵੀ ਜਿਹੜੇ ਡਰਿੰਕ ਕਰਦੇ ਨੇ ਉਹਨਾਂ ਦੀ ਫੈਮਿਲੀ ਦੇ ਵਿੱਚ ਉਹ ਐਟਮੋਸਫੇਅਰ ਵੀ ਹੁੰਦਾ ਹੈ ਕਿ ਇੱਦਾਂ ਤੁਹਾਡੇ ਨਾਲ ਵੀ ਸੀਗਾ ਕਿ ਫੈਮਿਲੀ ਦੇ ਵਿੱਚ ਕੁਝ ਐਟਮੋਸਫੇਅਰ ਇੱਦਾਂ ਦਾ ਸੀ ਜਿਹਦੇ ਨਾਲ ਇਨਕਰੇਜਮੈਂਟ ਮਿਲਦੀ ਸੀਗੀ? ਜਿਹੜਾ ਮੇਰੇ ਘਰ ਦਾ ਮਾਹੌਲ ਸੀਗਾ ਨਾ, ਇਨਕਰੇਜਮੈਂਟ ਤਾਂ ਨਹੀਂ ਸੀ ਮਿਲਦੀ, ਪਰ ਮੇਰੇ ਡੈਡੀ ਨੂੰ ਪ੍ਰੋਬਲਮ ਸੀਗੀ ਸ਼ਰਾਬ ਦੀ। ਓਕੇ, ਰਾਈਟ। ਤੇ ਜਦੋਂ ਅਸੀਂ ਬਚਪਨ ਤੇ ਜਦੋਂ ਅਸੀਂ ਗਰੋ ਅਪ ਹੁੰਦੇ ਸੀਗੇ ਤੇ ਜਦੋਂ ਅਸੀਂ ਡੈਡੀ ਨੂੰ ਦੇਖਦੇ ਸੀਗੇ ਤੇ ਕਈ ਵਾਰੀ ਸੋਚੀਦਾ ਸੀਗਾ ਕਿ ਅਸੀਂ ਨਹੀਂ ਕਦੇ ਮੂੰਹ ਨੂੰ ਨਹੀਂ ਲਾਣੀ, ਹਾਂਜੀ, ਹੈ ਨਾ। ਡੈਡੀ ਨੂੰ ਦੇਖ ਕੇ ਜਦੋਂ ਉਹਨੂੰ ਸ਼ਰਾਬੀ ਹੋਣਾ ਕਹਿਣਾ ਨਹੀਂ ਅਸੀਂ ਨਹੀਂ ਆਹ ਕੰਮ ਕਰਨਾ। ਪਰ ਮੇਰੇ 2 ਭੈਣਾਂ ਆ ਤੇ ਇੱਕ ਭਰਾ ਆ। ਮੇਰਾ ਭਰਾ ਮੇਰੇ ਤੋਂ 5 ਸਾਲ ਛੋਟਾ ਆ, ਭੈਣਾਂ ਮੇਰੇ ਤੋਂ ਬੜੀਆਂ ਆ, ਇੱਕ 2 ਸਾਲ, ਇੱਕ ਸਾਲ ਬੜੀ ਆ। ਪਰ ਜੇ ਘਰ ਦਾ ਮਾਹੌਲ ਤੇ ਮੈਨੂੰ ਇਕੱਲੇ ਨੂੰ ਇਫੈਕਟ ਕੀਤਾ ਘਰ ਦੇ ਮਾਹੌਲ ਨੇ, ਹੈ ਨਾ। ਮੈਂ ਆਪਣੇ ਡੈਡੀ ਨੂੰ ਨਹੀਂ ਬਲੇਮ ਕਰ ਸਕਦਾ ਕਿ ਜੇ ਮੈਂ ਡੈਡੀ ਦਾ ਕਸੂਰ ਹੁੰਦਾ ਫਿਰ ਦੂਏ ਮੇਰੀ 2 ਭੈਣਾਂ ਕਿਉਂ ਨਹੀਂ ਤੇ ਭਰਾ ਕਿਉਂ ਨਹੀਂ? ਭਰਾ ਨੇ ਮੇਰੇ ਨੇ ਕਦੇ ਟੱਚ ਨਹੀਂ ਕੀਤੀ, ਮੂੰਹ ਨਹੀਂ ਲਾਈ ਸ਼ਰਾਬ, ਤੇ ਮੈਂ ਇੰਨੀ ਸ਼ਰਾਬ, ਮੇਰੀ ਸ਼ਰਾਬ ਮੇਰੇ ਡੈਡੀ ਨਾਲੋਂ ਵੀ ਵੱਧ ਗਈ ਸੀਗੀ, ਰਾਈਟ। ਸੋ ਕਈ ਵਾਰੀ ਨਾ ਅਸੀਂ ਐਕਸਕਿਊਜ਼ ਚਾਹੁੰਦੇ ਆ ਕਿ ਕਿਸੇ ਨੂੰ ਬਲੇਮ ਕਰੀਏ। ਐਬਸੋਲੂਟਲੀ ਸਹੀ ਗੱਲ ਹੈ। ਤੇ ਜਿੰਨਾ ਚਿਰ ਮੈਂ ਸ਼ਰਾਬ ਨਹੀਂ ਸੀ ਛੱਡੀ, ਮੈਂ ਆਪਣੀ ਮੰਮੀ ਨੂੰ ਵੀ ਬਲੇਮ ਕਰਦਾ ਰਿਹਾ, ਮੈਂ ਆਪਣੀ ਘਰ ਵਾਲੀ ਨੂੰ ਵੀ, ਬੱਚਿਆਂ ਨੂੰ ਵੀ। ਡੈਡ ਨੂੰ ਤਾਂ ਮੈਂ ਕਹਿਣਾ ਸਕਦਾ ਕਰਕੇ ਉਹ ਵੀ ਇੱਕ ਉਹ ਸਾਨੂੰ ਪੁਆਇੰਟ ਮਿਲ ਜਾਂਦਾ ਵੀ ਤੁਹਾਡੇ ਕਰਕੇ ਮੈਂ ਸਟਾਰਟ ਕੀਤੀ ਹੈ ਕਿਉਂਕਿ ਤੁਸੀਂ ਪੀਂਦੇ ਸੀ ਜਾਂ ਸੋ ਮੈਂ ਉਹ ਵਾਰਨਿੰਗ ਸੀਗੀਆਂ, ਹਾਂਜੀ, ਰਾਈਟ, ਪਰ ਮੈਂ ਉਹ ਵਾਰਨਿੰਗ ਨੂੰ ਸਮਝ ਨਹੀਂ ਸਕਿਆ, ਰਾਈਟ। ਸੋ ਮੈਂ ਜਿਹੜੀ ਸਵਾਲ ਤੁਹਾਡਾ ਕਾਫੀ ਗੁੱਡ ਆ ਕਰਕੇ, ਜੇ ਮਾਹੌਲ ਨੇ ਤੇ ਫਿਰ ਮੇਰੀਆਂ ਭੈਣਾਂ ਤੇ ਭਰਾ ਕਿਉਂ ਨਹੀਂ ਅਲਕੋਹਲਿਕ ਬਣੇ? ਹਾਂਜੀ। ਸੋ ਆਈ ਕਾਂਟ ਬਲੇਮ ਦੀ এনवायरमेंट, ਹੈ ਨਾ। ਦੈਟ ਵਾਸ ਮੀ, ਉਹ ਮੇਰਾ ਕਸੂਰ ਸੀਗਾ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਸ, ਜਦੋਂ ਆਪਾਂ ਸਮਝ ਲੈਂਦੇ ਹਾਂ ਵੀ ਇਹ ਸਾਡਾ ਕਸੂਰ ਹੈ, ਉਦੋਂ ਹੀ ਅਸੀਂ ਆਪਣੀ ਟ੍ਰੀਟਮੈਂਟ ਵੀ ਚਾਲੂ ਕਰਦੇ ਹਾਂ। ਜਦੋਂ ਤੱਕ ਅਸੀਂ ਬਲੇਮ ਕਰਦੇ ਹਾਂ ਦੂਸਰਿਆਂ ਨੂੰ ਤੇ ਉਦੋਂ ਤੱਕ ਆਪਾਂ ਇਹ ਵੀ ਨਹੀਂ ਸੋਚਦੇ ਵੀ ਸਾਨੂੰ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਸੋ ਦਿਸ ਇਜ਼ ਰੀਅਲੀ ਗੁੱਡ ਕਿ ਤੁਸੀਂ ਇੱਥੇ ਆ ਕੇ ਸਾਨੂੰ ਆਪਣੇ ਬਾਰੇ ਤੁਸੀਂ ਦੱਸਿਆ ਕਿ ਜਿਹੜਾ ਕਿ ਕਾਫੀ ਲੋਕ ਜ਼ਾਹਿਰ ਕਰਨ ਤੋਂ ਡਰਦੇ ਨੇ, ਆਪਣੇ ਬਾਰੇ ਨਹੀਂ ਦੱਸਦੇ। ਉਹਨਾਂ ਨੂੰ ਇੱਕ ਇਹ ਹੁੰਦਾ ਵੀ ਸਾਡੇ ਲਾਈਫ ਸਟਾਈਲ ਤੇ ਚੇਂਜ ਨਾ ਹੋ ਜਾਏਦਾ ਜਾਂ ਕੁਝ ਅਸਰ ਨਾ ਹੋਏ, ਬਟ ਇੱਕ ਜਦੋਂ ਤੁਸੀਂ ਉਹ ਰਿਕਵਰੀ ਚੋਂ ਨਿਕਲਦੇ ਹੋ, ਇਟਸ ਅ ਵੈਰੀ ਗੁੱਡ ਥਿੰਗ। ਕਿਉਂਕਿ ਅੱਜ ਜਿਹੜੇ ਵੀ ਦੇਖ ਰਹੇ ਨੇ ਉਹਨਾਂ ਵਿੱਚ ਕਾਫੀ ਜਿਹੜੇ ਹੋ ਸਕਦਾ ਵੀ ਇਸ ਚੀਜ਼ ਦਾ ਸ਼ਿਕਾਰ ਹੋਣ, ਨਿਕਲਣਾ ਚਾਹੁੰਦੇ ਹੋਣ, ਪਰ ਅੱਜ ਤੁਸੀਂ ਜਿੱਦਾਂ ਸਾਡੇ ਲਈ ਕਾਫੀ ਇਨਫੋਰਮੇਸ਼ਨ ਲੈ ਕੇ ਆਏ ਹੋ ਡਰੱਗਸ ਦੇ ਬਾਰੇ ਵੀ। ਸੋ ਥੈਂਕ ਯੂ ਸੋ ਮਚ। ਥੋੜਾ ਜਿਹਾ ਸਾਨੂੰ ਡਰੱਗਸ ਦੇ ਬਾਰੇ ਵੀ ਤੁਸੀਂ ਸਟਾਰਟ ਤੋਂ ਦੱਸੋ ਵੀ ਡਰੱਗਸ ਹੁੰਦੀ ਕੀ ਹੈ, ਵਾਈ ਵੀ ਕੋਲ ਇਜ਼ ਵਾਟ ਇਜ਼ ਦ ਮਿਸਯੂਜ਼ ਆਫ ਡਰੱਗਸ? ਡਰੱਗਸ, ਅਲਕੋਹਲ ਵੀ ਇੱਕ ਡਰੱਗ ਹੈ ਤੇ ਜਿਹਨੂੰ ਹੁਣ ਕਈ ਕਹਿ ਦਿੰਦੇ ਅਲਕੋਹਲ ਇਜ਼ ਦ gateway to many of the other drugs, ਕਿ ਇੱਕ ਦਰਵਾਜ਼ਾ ਆ, ਓਕੇ, ਹੈ ਨਾ। ਜਦੋਂ ਤੁਸੀਂ ਸ਼ਰਾਬ ਪੀਣ ਲੱਗ ਪੈਂਦੇ ਆ, ਕਈਆਂ ਦੇ ਜਿਹੜੇ ਦੂਏ ਡਰੱਗ ਆ, ਭੰਗ ਆ, ਵੀਡ, ਹਾਂਜੀ, ਹੈ ਨਾ, ਕੋਕੇਨ, ਚਿੱਟਾ, ਹੈਰੋਇਨ, ਉਹ ਸਾਰੇ ਸ਼ਰਾਬ ਤੋਂ ਸ਼ੁਰੂ ਹੁੰਦੇ ਆ। ਤੇ ਜੇ ਅੱਜ ਦੇਖਿਆ ਜਾਵੇ ਸਭ ਤੋਂ ਵੱਡੀ ਜਿਹੜਾ ਡਰੱਗ ਜੇ ਤੋਂ ਮਰਦੇ ਆ ਉਹ ਹੈਰੋਇਨ ਜਾਂ ਕੋਕੇਨ ਨਹੀਂ ਆ, ਉਹ ਸ਼ਰਾਬ ਆ ਜਿਹੜੀਆਂ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ। ਸੋ ਅਲਕੋਹਲ ਵੀ ਇੱਕ ਡਰੱਗ ਆ। ਇਸ ਡਰੱਗ ਤੋਂ, ਅਲਕੋਹਲ ਤੋਂ ਸ਼ੁਰੂ ਜਿੱਦਾਂ ਆਪਾਂ ਕਿਹਾ ਕਿ ਹੈ ਨਾ, ਇੱਕ ਕਹਿ ਲਓ ਦਰਵਾਜ਼ਾ ਖੁੱਲ੍ਹ ਜਾਂਦਾ ਆ, ਹਾਂਜੀ। ਤੇ ਜਦੋਂ ਉਹ ਨਸ਼ਾ ਨਹੀਂ ਪੂਰਾ ਹੁੰਦਾ ਸ਼ਰਾਬ ਦੇ ਨਾਲ, ਜਾਂ ਉਹ ਫਿਰ ਹੋਰ ਕਈ ਹੋਰ ਨਸ਼ੇ ਕਰਨ ਲੱਗ ਪੈਂਦੇ, ਉਹ ਵੀ ਨਸ਼ੇ ਕਰਨ ਲੱਗ ਪੈਂਦੇ ਆ। ਸੋ ਹੁਣ ਸਾਡੇ
ਪੰਜਾਬੀ ਸਿੱਖ ਕਮਿਊਨਿਟੀ ਦੇ ਵਿੱਚ ਕੋਕੇਨ ਬਹੁਤ ਵਧੀਆ ਹੋਇਆ, ਚਿੱਟਾ ਹਾਂਜੀ ਹੈ ਨਾ। ਉਹ ਹੁਣ ਇਕੱਲੇ ਆਪਣੇ ਮਰਦ ਨਹੀਂ ਕਰਦੇ ਆ, ਤੀਵੀਆਂ ਵੀ ਬਹੁਤ ਕਰਨ ਲੱਗ ਪਈਆਂ ਵਿਆਹਾਂ ਸ਼ਾਦੀਆਂ 'ਚ, ਅਤੇ ਉਹਦਾ ਕੋਈ ਮੁਸ਼ਕ ਨਹੀਂ ਹੁੰਦਾ, ਬਾਹਲਾ ਪਤਾ ਨਹੀਂ ਲੱਗਦਾ। ਸੋ ਇੱਕ ਉਹ ਟੱਕ ਜਿਹਾ ਹੋ ਜਾਂਦਾ ਆ। ਹਾਂਜੀ ਰਾਈਟ। ਹੈਰੋਇਨ ਉਹ ਵੀ ਕਾਫੀ ਵਧੀਆ ਹੋਇਆ। ਜਿਹੜੀ ਵੀਡ ਆ ਕੈਨੇਬਿਸ, ਉਹ ਆਪਣੇ ਮੁੰਡੇ ਬਹੁਤ ਕਰਦੇ ਆ ਕਈ ਰਿਲੈਕਸ ਹੋਣ ਨੂੰ, ਕਈਆਂ ਦੀ ਵਧੀਆ ਹੋਇਆ। ਕੈਨੇਬਿਸ ਦੇ ਨਾਲ ਉਹ ਦਿਮਾਗੀ ਤੁਹਾਡਾ ਜਿਹੜਾ ਉਹ ਦਿਮਾਗ 'ਤੇ ਬਹੁਤ ਇਫੈਕਟ ਹੁੰਦਾ ਆ ਵੀਡ ਦੇ ਨਾਲ। ਉਹ ਕਈ ਸਾਈਕੋਟਿਕ ਬਣ ਜਾਂਦੇ ਆ, ਜਾਂ ਇੱਕ ਮਿੰਟ ਉਹ ਬੜੇ ਸੋਹਣੇ ਆ, ਦੂਸਰੇ ਮਿੰਟ ਉਹ ਘਰਦਿਆਂ ਨੂੰ, ਕਈ ਆਪਣੇ ਘਰਦਿਆਂ ਨੂੰ ਉਹ ਮੰਨਦੇ ਆ ਜਾਂਦੇ ਆ। ਅਤੇ ਕਈ ਟੈਲੀਫੋਨ ਆਏ, ਉਹ ਕਹਿੰਦੇ ਵੀ ਸਾਨੂੰ ਪਤਾ ਨਹੀਂ ਲੱਗਦਾ। ਉਹ ਜਦੋਂ ਡਾਕਟਰ ਦੇ ਜਾਂਦੇ ਆ ਤਾਂ ਡਾਕਟਰ ਕਹਿੰਦਾ ਵੀ ਜਿਹੜੀ ਇਹਦੀ ਕੈਨੇਬਿਸ ਆ ਇਹਦੇ ਦਿਮਾਗ 'ਤੇ ਇਫੈਕਟ ਹੋ ਗਿਆ। ਓਕੇ, ਸੋ ਇਟਸ ਲਾਈਕ ਅ ਮੂਡ ਸਵਿੰਗਸ ਹੁੰਦੇ ਨੇ ਉਹਦੇ ਵਿੱਚ, ਇਹ ਤੁਸੀਂ ਕਹਿ ਰਹੇ ਹੋ ਕਿ ਸਾਈਕੋਟਿਕ ਜਾਂ ਜਿੱਦਾਂ ਮੂਡ ਇੱਕ ਜਾਂ ਲਾਈਕ ਮੂਡ ਸਵਿੰਗਸ ਜਾਂ ਇੱਕ ਮਿੰਟ ਬੜਾ ਸੋਹਣਾ ਆ, then they just go crazy। ਸੋ ਜਿੱਦਾਂ ਤੁਸੀਂ ਦੱਸਿਆ ਵੀ ਅਲਕੋਹਲ ਇੱਕ ਦਰਵਾਜ਼ਾ ਹੈ, ਜਿੱਦਾਂ ਕਿ ਉਸ ਤੋਂ ਬਾਅਦ ਜਿਹੜੇ ਸਟੈਪਸ ਜਿਹੜੇ ਬੰਦਾ ਚੱਕਦਾ ਉਹ ਬੇਸਿਕਲੀ ਡਰੱਗਸ ਦੇ ਵੱਲ ਨੂੰ ਉਹ ਜਾਂਦੇ ਨੇ। ਅਤੇ ਮੈਂ ਲੱਕੀ ਸੀਗਾ, ਮੈਂ ਕਦੇ ਐਵੇਂ ਕਹਿੰਦਾ ਮੈਂ ਡਰੱਗਸ ਵੱਲ ਨੂੰ ਨਹੀਂ ਗਿਆ। ਮੇਰੇ ਸ਼ਰਾਬ ਮੈਂ ਸ਼ਰਾਬ ਹੀ ਪੀਤੀ ਆ। ਅਤੇ ਬਾਕੀ ਮੈਨੂੰ ਇੱਕ ਮੇਰੇ ਮਨ ਦੇ ਵਿੱਚ ਡਰ ਹੁੰਦਾ ਸੀਗਾ ਕਿ ਮੇਰੇ ਬਚਪਨ 'ਚ ਮੇਰੇ ਆਪਰੇਸ਼ਨ ਹੋਇਆ ਸੀਗਾ ਦਿਲ ਦਾ, ਹੈਡ ਅ ਹੋਲ ਇਨ ਮਾਈ ਹਾਰਟ। ਓਕੇ। ਸੋ ਮੈਨੂੰ ਉਹਦਾ ਵੀ ਫਿਕਰ ਰਹਿੰਦਾ ਸੀਗਾ ਜੇ ਮੈਂ ਕਿਤੇ ਡਰੱਗ ਕਰ ਵੀ ਲਿਆ ਤਾਂ ਮੈਨੂੰ ਇੰਨਾ ਖਿਆਲ ਹੁੰਦਾ ਸੀਗਾ ਕਿ ਮੇਰੇ ਸੋ ਉਹ ਥੋੜਾ ਜਿਹਾ ਫੇਰ ਤੁਹਾਡੇ ਦਿਮਾਗ 'ਚ ਰਹਿੰਦਾ ਸੀਗਾ ਵੀ ਕਿਧਰੇ ਕਿ ਮੈਂ ਕਿਤੇ ਹੋਰ ਨੁਕਸਾਨ ਨਾ ਹੋਏ। ਸੋ ਮੈਂ ਡਰੱਗਸ ਨਹੀਂ ਸੀ ਕਿਤੇ, ਇਕੱਲੀ ਸ਼ਰਾਬ ਪੀਤੀ ਹੈ। ਸ਼ਰਾਬ ਹੀ ਪੀਤੀ ਸੀਗੀ। ਜਿਹੜੀ ਜੇਕਰ ਹੈਲਪ ਸਾਨੂੰ ਚਾਹੀਦੀ ਹੋਏ ਡਰੱਗਸ ਬਾਰੇ, ਜਿਹੜੇ ਸਾਡੇ ਵਿਊਅਰਸ ਨੇ ਦੇਖ ਰਹੇ, ਉਹ ਕਿੱਥੋਂ ਦੀ ਡਰੱਗਸ ਦੇ ਬਾਰੇ ਹੈਲਪ ਲੈ ਸਕਦੇ ਆ? ਦੇਖੋ, ਹਰੇਕ ਸ਼ਾਇਦ ਸਭ ਤੋਂ ਪਹਿਲਾਂ ਤੁਸੀਂ ਆਪਣੇ GP ਨੂੰ ਜਾ ਕੇ ਪੁੱਛੋ ਜੀ, ਹੈ ਨਾ, ਫੈਮਿਲੀ ਡਾਕਟਰ ਨੂੰ। ਬਹੁਤੇ ਸਾਡੇ ਇਕੱਲੇ ਆਪਣੇ ਲੋਕਾਂ 'ਚ ਨਹੀਂ, ਬਹੁਤਿਆਂ ਦੇ ਵਿੱਚ, ਗੋਰਿਆਂ ਦੇ ਵਿੱਚ ਵੀ, ਹੋਰ ਵੀ ਕੌਮਾਂ ਦੇ ਵਿੱਚ, ਉਹਨਾਂ ਨੂੰ ਇਹੀ ਡਰ ਕਿ ਕਿਤੇ ਸਾਡੇ ਰਿਕਾਰਡ 'ਤੇ ਨਾ ਇਹ ਚੱਲ ਜਾਵੇ ਨਾ, ਜੇ ਸਾਡੀ ਜੌਬ 'ਤੇ ਇਫੈਕਟ ਹੋ ਜਾਵੇ ਜਾਂ ਕਹਾਂ ਕਿਤੇ, ਇੱਦਾਂ ਦਾ ਕੋਈ ਨਹੀਂ ਹੋਣ ਲੱਗਾ। ਰਾਈਟ। ਤੁਸੀਂ ਆਪਣੇ ਡਾਕਟਰ ਨੂੰ ਜਾ ਕੇ ਖੁੱਲ੍ਹ ਕੇ ਦੱਸੋ ਤੁਹਾਨੂੰ ਕੀ ਪ੍ਰੋਬਲਮ ਆ, ਅਤੇ ਡਾਕਟਰ ਜ਼ਰੂਰ ਤੁਹਾਡੀ ਮਦਦ ਕਰੂਗਾ। ਬਰਮਿੰਘਮ ਦਾ ਇੱਥੇ CGL ਸੰਸਥਾਵਾਂ ਹਨ, ਜਿਹੜਾ CGL ਉਹਦਾ ਨਾਂ ਆ, ਐਕੁਆਰੀਅਸ, ਹੋਰ ਕਈ ਸੰਸਥਾਵਾਂ ਹੈਗੀਆਂ ਜਿਹਦੇ ਕੋਲ ਤੁਸੀਂ ਜਾ ਕੇ ਸਾਰੀ ਪ੍ਰਾਈਵੇਟ ਐਂਡ ਕੌਨਫੀਡੈਂਸ਼ੀਅਲ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਆ। ਅਗਰ ਤੁਸੀਂ ਸਾਡੇ ਕੋਲ ਸਿੱਖ ਰਿਕਵਰੀ ਨੈਟਵਰਕ, ਸਾਡੇ 'ਚ ਜਿਹੜੇ ਜਿਨ੍ਹਾਂ ਨੂੰ ਡਰੱਗਸ ਨੂੰ ਤਿਆਗਿਆ ਕਈ ਸਾਲ ਹੋ ਗਏ, ਉਹ ਬੜੀ ਸੋਹਣੀ ਇੱਕ ਸਾਫ਼ ਸੁਥਰੀ ਜ਼ਿੰਦਗੀ ਜਿਉਂਦੇ ਆ ਅਤੇ ਉਹਨਾਂ ਦੀ ਮਦਦ ਕਰਦੇ। ਜੇ ਤੁਸੀਂ ਉਹ ਕਲਚਰਲ, ਜੇ ਆਪਣੇ ਕਮਿਊਨਿਟੀ ਪੱਖੋਂ ਤੁਸੀਂ ਸਪੋਰਟ ਚਾਹੁੰਦੇ ਆ ਅਤੇ ਉਹ ਅਸੀਂ ਵੀ ਤੁਹਾਡੀ ਕਰ ਸਕਦੇ ਹਾਂ। ਅਤੇ ਸਾਡੇ ਹੁਣ ਮੇਨ ਜਿਨ੍ਹਾਂ ਦੇ ਮੈਂ ਨਾਮ ਲਏ ਆ, ਇਹਨਾਂ ਬਹੁਤੀਆਂ ਸੰਸਥਾਵਾਂ ਦੇ ਨਾਲ ਸਾਡੇ ਲਿੰਕ ਬਣ ਚੁੱਕੇ ਆ, ਅਤੇ ਇਹ ਵੀ ਸਾਡੇ ਨਾਲ ਅਸੀਂ ਰਲ ਕੇ ਕੰਮ ਕਰਦੇ ਹਾਂ। ਸੋ ਇਹ ਬੜੀ ਵਧੀਆ ਗੱਲ ਹੈਗੀ। ਜਸ ਤੁਸੀਂ ਦੱਸਿਆ ਵੀ ਜਿਹੜੀ ਐਡਵਾਈਸ ਹੁੰਦੀ ਹੈ, ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਹੈ, ਜਿਹਦੇ ਵਿੱਚ ਕਿਸੇ ਨੂੰ ਦੱਸਿਆ ਨਹੀਂ ਜਾਂਦਾ, ਬਿਕੋਜ਼ ਬਹੁਤੇ ਲੋਕ ਜਿਹੜੇ ਸਾਡੇ ਹੈਗੇ ਆ ਏਸ਼ੀਅਨ, ਉਹ ਸੋਚਦੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ, ਗੱਲ ਨਾ ਚਲੀ ਜਾਏ, ਇਸ ਤੋਂ ਵੀ ਡਰਦੇ ਨੇ। ਕਿ ਤੁਹਾਨੂੰ ਲੱਗਦਾ ਵੀ ਕਾਫੀ ਫੇਰ ਹੁੰਦਾ ਡਰੱਗਸ ਦਾ ਵੀ, ਜਿੱਦਾਂ ਕਿ ਐਲਕੋਹਲ ਦਾ ਤਾਂ ਹੁੰਦਾ ਹੀ ਹੈ, ਐਲਕੋਹਲ ਦੇ ਨਾਲੋਂ ਡਰੱਗਸ ਦਾ ਜ਼ਿਆਦਾ ਫੇਰ ਹੈਗਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ, ਜਿੱਦਾਂ ਆਪਣੀ ਸੁਸਾਇਟੀ ਦੇ ਵਿੱਚ ਇੱਦਾਂ ਸੋਚਿਆ ਜਾਂਦਾ? ਸ਼ਰਾਬ ਇਜ਼ ਮੋਰ ਐਕਸੈਪਟਡ। ਜਿੰਨਾ ਕੋਈ ਸ਼ਰਾਬ ਪੀਂਦਾ ਆ ਅਤੇ ਕਹਿੰਦਾ ਪਹਿਲਾਂ ਤਾਂ ਇੱਦਾਂ ਹੀ ਸ਼ੁਰੂ ਹੁੰਦੀ ਹੈ ਨਾ, ਕਿ ਦਿਨ ਸੁਦਾਂ 'ਤੇ ਆਪਾਂ ਦੋਸਤਾਂ ਮਿੱਤਰਾਂ ਵਿੱਚ ਬਹਿ ਕੇ ਪੀਂਦੇ ਹਾਂ। ਪਰ ਜਿਹੜੀ ਡਰੱਗਸ ਆ ਉਹ ਇੰਨਾ ਨਹੀਂ ਬੰਦਾ ਕੋਈ ਖੁੱਲ੍ਹ ਕੇ ਥੋੜ੍ਹਾ ਖੜ ਸਕਦਾ ਆ ਆਪਣੇ ਘਰਦਿਆਂ ਦੇ ਨਾਲ, ਜਾਂ ਈਵਨ ਕਈ ਦੋਸਤਾਂ ਮਿੱਤਰਾਂ ਤੋਂ ਵੀ ਲੁਕੋ ਕੇ ਰੱਖਦੇ ਆ। ਸੋ ਜਿਹੜੀ ਡਰੱਗਸ ਆ ਉਹ ਬਹੁਤ ਹਿਡਨ ਆ, ਲੁਕੋਈ ਜਾਂਦੀ ਆ। ਸੋ ਸ਼ਰਾਬ ਉਹ ਕਈਆਂ ਨੂੰ ਪਤਾ ਵੀ ਲੱਗ ਜਾਂਦਾ, ਹਾਂ ਵੀ ਦੀ ਸ਼ਰਾਬ ਵਧੀਆ ਹੋਇਆ। ਪਰ ਜਿਹੜੀ ਡਰੱਗਸ ਦੀ ਬਿਮਾਰੀ ਆ ਕਈਆਂ ਨੂੰ ਪਤਾ ਨਹੀਂ ਲੱਗਦਾ। ਚੋਰੀਆਂ ਬਹੁਤ ਕਰਦੇ ਆ, ਬੈਡਰੂਮ 'ਚ ਬੈਠੇ ਰਹਿਣਾ ਆ, ਅਤੇ ਚੀਜ਼ਾਂ ਫਿਰ ਹੌਲੀ ਹੌਲੀ ਜਦੋਂ ਜ਼ਿਆਦਾ ਨਸ਼ਾ ਵੱਧ ਜਾਂਦਾ, ਘਰੋਂ ਚੀਜ਼ਾਂ ਵਿੱਚ ਮਿਸ ਹੋਣ ਲੱਗ ਪੈਂਦੀਆਂ, ਵੇਚਣ ਲੱਗ ਪੈਣੀਆਂ ਜੇ ਬੰਦਾ ਕੰਮ ਨਹੀਂ ਕਰਦਾ। ਸੋ ਕਈ ਸਾਈਨਸ ਹੈਗੇ ਆ ਜਿਹਤੋਂ ਤੁਹਾਨੂੰ ਪਤਾ ਲੱਗ ਸਕਦਾ ਆ। ਪਰ ਜਿਹੜੀ ਸ਼ਰਾਬ ਆ ਉਹ ਜਿਹੜਾ ਮੋਰ ਐਕਸੈਪਟਡ ਆ, ਪਰ ਲੁਕੋਦੇ ਤਾਂ ਸ਼ਰਾਬ ਨੂੰ ਵੀ। ਹੁਣ ਬਹੁਤੇ ਆਪਣੇ ਲੋਕ ਈਵਨ ਇਕੱਲਾ ਆਪਣੇ ਨਹੀਂ, ਹੋਰ ਕੰਮਾਂ ਦੇ ਵੀ ਉਹ ਐਡਮਿਟ ਨਹੀਂ ਕਰਨਾ ਚਾਹੁੰਦੇ ਕਿ ਸਾਨੂੰ ਸਮਾਜ ਕੀ ਕਹੂਗਾ, ਲੋਕ ਕੀ ਕਹਿਣਗੇ। ਸੋ ਸ਼ਰਾਬ 'ਤੇ ਵੀ ਉਨਾ ਹੀ ਆ ਅਤੇ ਡਰੱਗਸ 'ਤੇ ਵੀ ਉਨਾ ਹੀ ਆ ਕਿ ਸਾਨੂੰ ਲੋਕੀ ਡਰੱਗ ਹੀ ਕਹਿਣ ਲੱਗ ਪਊਗੇ, ਜਾਂ ਹੋਰ ਮੰਦੇ ਚੰਗੇ ਲਫ਼ਜ਼ ਬੋਲਣ ਲੱਗ ਪਊਗੇ।
ਸੋ ਇਕੁਅਲੀ ਹੈ ਸ਼ਰਾਬ ਦਾ ਵੀ ਤੇ ਡਰੱਗਸ ਦਾ ਵੀ। ਤੇ ਜਦੋਂ ਜਸਟ ਫਰਸਟ ਟ੍ਰੀਟਮੈਂਟ ਲਈ ਕੋਈ ਜਾਂਦਾ, ਆਮ ਟਾਕਿੰਗ ਅਬਾਊਟ ਡਰੱਗਸ ਲਈ, ਤੇ ਉਹਦੀ ਟ੍ਰੀਟਮੈਂਟ ਦੇ ਵਿੱਚ ਕੀ ਦੇਖਿਆ ਜਾਂਦਾ, ਕੀ ਉਹ ਦੇਖਦੇ ਆ ਵੀ ਇਹਦੀ ਟ੍ਰੀਟਮੈਂਟ ਅਸੀਂ ਕਿਸ ਤਰੀਕੇ ਦੇ ਨਾਲ ਕਰਨੀ ਹੈ? ਪਹਿਲਾਂ ਤਾਂ ਉਹਨਾਂ ਨੇ ਜਿਨ੍ਹਾਂ ਦੇ ਕੋਲ ਤੁਸੀਂ ਜਾਓਗੇ ਉਹਨਾਂ ਨੇ ਤੁਹਾਨੂੰ ਪੁੱਛਣਾ ਤੁਸੀਂ ਕਿਹੜੀ ਡਰੱਗ ਤੇ ਆ। ਹਾਂਜੀ, ਹੈ ਨਾ। ਫਿਰ ਉਸ ਹਿਸਾਬ ਦੇ ਨਾਲ ਉਹ ਤੁਹਾਡੀ ਟ੍ਰੀਟਮੈਂਟ ਕੀਤੀ ਜਾਊਗੀ। ਥੋੜ੍ਹਾ ਸਾਨੂੰ ਹੋਰ ਦੱਸੋ ਕਿ ਡਰੱਗਸ ਦੇ ਬਾਰੇ, ਜਿੱਦਾਂ ਤੁਸੀਂ ਕਹਿ ਰਹੇ ਸੀ ਕੋਕੇਨ, ਕੈਨਬੀਸ, ਐਂਡ ਥੋੜ੍ਹਾ ਜਿਹਾ ਇਹਨਾਂ ਦਾ ਅਸਰ ਕਿਸ ਤਰੀਕੇ ਦੇ ਨਾਲ ਹੁੰਦਾ? ਤੇ ਥੋੜ੍ਹੀ ਜਿਹੀ ਕੈਨਬੀਸ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਈ ਪੀਂਦੇ ਆ ਜਿਹੜਾ ਸਿਗਰਟ ਦੇ ਵਿੱਚ ਪਾ ਕੇ, ਹੈ ਨਾ, ਭੰਗ ਜਿਹਨੂੰ ਕਹਿੰਦੇ ਆਪਾਂ, ਤੇ ਉਹ ਕਈਆਂ ਨੂੰ ਰਿਲੈਕਸ ਕਰ ਦਿੰਦੀ ਆ। ਹਾਂਜੀ। ਤੇ ਕਈ ਨਸ਼ੇ ਦੀ ਤੌਰ 'ਤੇ ਕਰਦੇ ਆ, ਉਹਨਾਂ ਨੂੰ ਨਸ਼ਾ ਹੁੰਦਾ ਆ, ਰਾਈਟ। ਪਰ ਉਹ ਸਿਹਤ ਲਈ ਵੀ ਬੈਡ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਈਆਂ ਦਾ ਭਾਰ ਵੱਧਦਾ, ਉਹਦੇ ਨਾਲ ਭੁੱਖ ਬਹੁਤ ਲੱਗਦੀ ਆ, ਰਾਈਟ। ਅਤੇ ਕਈਆਂ ਦਾ ਜਿਹੜਾ ਦਿਮਾਗੀ ਤੌਰ 'ਤੇ ਆ ਉਹਦਾ ਇਫੈਕਟ ਬਹੁਤ ਬੁਰਾ ਆ। ਉਹ ਤੁਹਾਨੂੰ ਆਪਣਾ ਤੁਸੀਂ ਇੱਕ ਮਿੰਟ ਠੀਕ ਆ, ਜਿੱਦਾਂ ਆਪਾਂ ਗੱਲ ਕੀਤੀ ਸੀ, ਪਰਸਨੈਲਿਟੀ ਚੇਂਜ ਹੁੰਦੀ। ਹਾਂਜੀ। ਅਤੇ ਜਿਹੜੇ ਹੈਰੋਇਨ ਆ ਉਹ ਤੁਹਾਨੂੰ ਪਤਾ ਹੀ ਆ, ਉਸ ਟੀਕੇ ਨਾਲ ਵੀ ਕਰਦੇ, ਸਿਰਿੰਜਿਸ ਨਾਲ। ਹਾਂਜੀ। ਸਮੋਕ ਕਰਕੇ ਵੀ ਉਹਦੇ ਵਿੱਚ ਉਹਦੀ ਨਿਸ਼ਾਨੀ ਹੈ, ਜੇ ਕੋਈ ਕਰਦਾ ਆ ਉਹਦੇ 'ਚ ਭਾਰ ਬਹੁਤ ਛੇਤੀ ਲੂਜ਼ ਹੁੰਦਾ ਆ, ਘਟ ਜਾਂਦਾ ਭਾਰ ਦੇ ਵਿੱਚ। ਤੇ ਕੋਕੇਨ ਉਹ ਹੁਣ ਉਹਨੂੰ ਕਾਫੀ ਸੋਸ਼ਲ ਡਰੱਗ ਕਿਹਾ ਜਾਂਦਾ ਕਿ ਜਿਹੜੇ ਅਮੀਰ ਲੋਕ ਆ ਉਹ ਬਹੁਤ ਕਰਦੇ ਆ। ਮਹਿੰਗੀ ਆ ਤੇ ਉਹ 'ਚ ਤੁਹਾਨੂੰ ਬੰਦਾ ਚੇਤੰਨ ਰਹਿੰਦਾ ਕਈ ਘੰਟੇ। ਤੁਸੀਂ ਜੇ ਹੁਣ ਬਾਹਰ ਜਾਣਾ, ਪਾਰਟੀਆਂ 'ਤੇ ਜਾਣਾ ਆ, ਕਾਫੀ ਚਿਰ ਉਹ ਜਾਗਦਾ ਰਹਿੰਦਾ, ਪਾਰਟੀ ਕਰਦਾ ਰਹਿੰਦਾ। ਜਾਂ ਉਹ 'ਚ ਬਾਅਦ ਜਿਹੜਾ ਤੁਸੀਂ ਨਸ਼ਾ, ਉਹ ਤੋਂ ਜਿਹੜਾ ਨਸ਼ਾ ਵੀ ਪੀਂਦੇ ਤੁਸੀਂ ਉਹਦੇ 'ਤੇ, ਉਹ ਨਸ਼ਾ ਵੀ ਇੰਨਾ ਛੇਤੀ ਚੜ੍ਹਦਾ ਨਹੀਂ ਆ। ਓਕੇ। ਸੋ ਕਈ ਕਿਸਮ, everyone's different, ਸਾਰੇ ਡਿਫਰੈਂਟ ਆ। ਕੋਈ ਕਿਸੇ ਕਿਸਮ ਲਈ ਪੀਂਦਾ ਆ, ਕੋਈ ਕਿਸੇ ਕਿਸਮ ਲਈ ਪੀਂਦਾ, ਕੋਈ ਕਿਸੇ ਕਿਸਮ ਲਈ ਪੀਂਦਾ। ਤੁਸੀਂ ਸਾਰਿਆਂ ਨੂੰ ਇੱਕ ਕੈਟਾਗਰੀ 'ਚ ਨਹੀਂ ਤੁਸੀਂ ਪਾ ਸਕਦੇ ਆ ਕੈਨੇਬਿਸ ਇਸ ਕਰਕੇ ਪੀਂਦਾ ਆ। ਜਿਹੜੇ ਬੰਦੇ ਨੂੰ ਪ੍ਰੋਬਲਮ ਹੋਊਗੀ ਉਹਨੂੰ ਸੱਚੋ ਸੱਚ ਦੱਸਣਾ ਪੈਣਾ ਡਾਕਟਰ ਨੂੰ, ਜਾਂ ਜਿਹਦੇ ਕੋਲ ਜਾਂਦੇ ਹੈਲਪ ਲਈ, ਕਿ ਕਾਹਦੇ ਤੁਸੀਂ ਕਰਦੇ ਆ। ਇਸ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵੀ ਇਹ ਵੀ ਜ਼ਰੂਰੀ ਹੈ ਕਿ ਐਡਮਿਟ ਕਰਨਾ ਕਿ ਮੈਂ ਆਪਣਾ ਇਲਾਜ ਕਰਾਉਣਾ ਚਾਹੁੰਦਾ ਜਾਂ ਮੈਂ ਟ੍ਰੀਟਮੈਂਟ ਕਰਾਉਣਾ ਚਾਹੁੰਦਾ, ਕਿਉਂਕਿ ਕਈ ਵਾਰੀ ਹੁੰਦਾ ਕਿ ਫੈਮਿਲੀ ਵੱਲੋਂ ਪੁਸ਼ਅਪ ਕੀਤਾ ਜਾਂਦਾ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਡਰੱਗਸ ਲੈ ਰਿਹਾ ਤੇ ਚਲੋ ਇਹਦਾ ਟ੍ਰੀਟਮੈਂਟ ਕਰਾ ਦਈਏ। ਪਰ ਇਹ ਹੁੰਦਾ ਕਿ ਉਹ ਇਨਸਾਨ ਜਿਹੜਾ ਲੈ ਰਿਹਾ ਹੁੰਦਾ ਉਹ ਨਹੀਂ ਚਾਹੁੰਦਾ ਵੀ ਮੇਰੀ ਹਜੇ ਟ੍ਰੀਟਮੈਂਟ ਹੋਏ, ਹੀ ਇਜ਼ ਨਾਟ ਵਿਲਿੰਗ। ਉਸ ਸਿਚੁਏਸ਼ਨ 'ਚ ਫਿਰ ਤੁਸੀਂ ਕੀ ਕਰਦੇ ਹੋ ਜਦੋਂ ਤੁਹਾਡੇ ਕੋਲ ਕੋਈ ਲੈ ਕੇ ਆ ਜਾਂਦਾ ਐਜ਼ ਅ ਪੇਰੈਂਟਸ, ਜਾਂ ਕੋਈ ਫਰੈਂਡ ਲੈ ਕੇ, ਦੂਸਰੇ ਆਪਣੇ ਫਰੈਂਡ ਜਿਹੜਾ ਲੈ ਰਿਹਾ ਉਹਨੂੰ ਲੈ ਕੇ ਆ ਜਾਂਦਾ, ਫਿਰ ਤੁਸੀਂ ਕੀ ਕਰਦੇ ਹੋ? ਦੇਖੋ, ਉਹ ਇੱਕ ਬਹੁਤ ਪਰੇਸ਼ਾਨੀ ਹੁੰਦੀ ਪਰਿਵਾਰ ਲਈ। ਪਰਿਵਾਰ ਹੁਣ ਸਾਰੇ, ਮੇਰੇ ਫੈਮਿਲੀ ਵੀ ਬਹੁਤ ਤੰਗ ਆਏ ਪਏ ਸੀਗੇ। ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਗੁਰਦੁਆਰੇ ਤੋਂ ਸਿੰਘਾਂ ਨੇ ਆਉਣਾ, ਮੇਰੇ ਦੋਸਤਾਂ ਮਿੱਤਰਾਂ ਨੇ ਆਉਣਾ, ਉਹਨਾਂ ਨੇ ਕਹਿਣਾ ਵੀ ਤੂੰ ਦੱਸ, ਸਾਨੂੰ ਦੱਸ ਦੇ ਕੀ ਪ੍ਰੋਬਲਮ ਆ। ਹਾਂਜੀ। ਹੈ ਨਾ, ਜੇ ਮੈਨੂੰ ਆਪ ਨਹੀਂ ਸੀ ਖੁਦ ਪਤਾ ਕਿ ਕੀ ਪ੍ਰੋਬਲਮ ਆ, ਰਾਈਟ। ਪਰ ਜਿੰਨਾ ਚਿਰ ਜਿਹਨੂੰ ਪ੍ਰੋਬਲਮ ਆ ਨਾ, ਜਿਹੜਾ ਬੰਦਾ ਨਸ਼ਈ ਆ, ਜੋ ਡਰੱਗ ਐਡਿਕਟ ਆ ਜਾਂ ਐਲਕੋਹਲਿਕ ਆ, ਜਿੰਨਾ ਚਿਰ ਉਹ ਆਪ ਨਹੀਂ ਨਾ ਕਹਿੰਦਾ, ਦੈਰਸ ਨੋ ਮਚ ਯੂ ਕੈਨ ਡੂ। ਹੁਣ ਕਈ ਫੈਮਲੀਆਂ ਫੋਨ ਕਰਦੀਆਂ ਆ ਅਤੇ ਤਕਰੀਬਨ ਜੇ 10 ਦੇ ਵਿੱਚੋਂ ਕਹੀਏ ਜਿਨ੍ਹਾਂ ਦੇ ਘਰਾਂ 'ਚ ਪ੍ਰੋਬਲਮ ਆ, ਉਹਨਾਂ 'ਚੋਂ 8 ਫੈਮਲੀਆਂ ਕਰਦੀਆਂ ਅਤੇ 2 ਹੀ ਨਸ਼ਈ ਹੁੰਦੇ ਆ। ਹੈ ਨਾ, ਜਿਹੜੇ 2 ਨਸ਼ਈ ਹੁੰਦੇ ਆ, ਜਿਹੜੇ ਕਹਿੰਦੇ ਵੀ ਸਾਨੂੰ ਹੈਲਪ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਦਮ ਪੁੱਟਣਾ ਚਾਹੀਦਾ ਆ, ਉਹਨਾਂ ਨੇ ਐਕਸੈਪਟ ਕੀਤਾ ਹੁੰਦਾ ਕਿ ਸਾਨੂੰ ਪ੍ਰੋਬਲਮ ਆ, ਰਾਈਟ। ਦ ਫਸਟ ਸਟੈਪ ਇਜ਼ ਕਿ ਬੰਦਾ ਜਿਹੜਾ ਇਸ ਚੀਜ਼ ਦਾ ਅਹਿਸਾਸ ਕਰ ਲਵੇ ਨਾ ਕਿ ਹਾਂ ਕਿ ਮੈਨੂੰ ਪ੍ਰੋਬਲਮ ਆ, ਤਾਂ ਫਿਰ ਤੁਸੀਂ ਉਹਦੀ ਮਦਦ ਕਰ। ਜਿਹੜੇ ਹੁਣ ਮਾਪੇ ਆ ਟੈਲੀਫੋਨ ਕਰਦੇ ਆ, ਅਤੇ ਜਦ ਉਹਨੂੰ ਕਹੀਏ ਕਿ ਜਿਹੜਾ ਜੇ ਤੁਹਾਡਾ ਮੁੰਡਾ ਜਾਂ ਕੁੜੀ ਆ ਜਾਂ ਕੋਈ ਵੀ ਆ, ਕਿ ਉਹਨੂੰ ਕਹੋ ਉਹ ਕਹਿ ਦਿੰਦੇ ਵੀ ਉਹਨੂੰ ਕਰਨਾ ਨਹੀਂ, ਅਤੇ ਜੇ ਉਹਨੂੰ ਕਰਨਾ ਨਹੀਂ ਤਾਂ ਫਿਰ ਕੋਈ ਫਾਇਦਾ ਨਹੀਂ। ਅਸੀਂ ਹੁਣ ਉਹਨਾਂ ਦੀ ਫੈਮਿਲੀ ਦੇ ਦੁੱਖ ਨੂੰ ਅਸੀਂ ਸਮਝਦੇ ਹਾਂ, ਕਿਉਂਕਿ ਅਸੀਂ ਆਪਣੇ ਪਰਿਵਾਰਾਂ ਨੂੰ ਵੀ ਉਸ ਦੁੱਖ ਤਕਲੀਫਾਂ 'ਚੋਂ ਪਾਇਆ ਆ। ਪਰ ਜਿੰਨਾ ਚਿਰ ਤੁਸੀਂ ਆਪ ਨਹੀਂ ਨਾ ਐਕਸੈਪਟ ਕਰਦੇ, ਬਾਹਾਂ ਖੜੀਆਂ ਕਰਦੇ ਕਿ ਹਾਂ ਹੁਣ ਮੇਰੀ ਬੱਸ ਆ, ਉਹ ਔਖਾ ਹੋ ਜਾਂਦਾ। ਕਿ ਜਿੱਦਾਂ ਤੁਹਾਡਾ ਐਕਸਪੀਰੀਅੰਸ ਤਾਂ ਕਾਫੀ ਚਿਰ ਤੋਂ ਇਸ ਫੀਲਡ ਦੇ ਵਿੱਚ ਹੈ, ਕਿ ਜਿਹੜੇ ਡਰੱਗਸ ਲੈਂਦੇ ਨੇ, ਆਈ ਮੀਨ ਪਹਿਲੇ ਤਾਂ ਹੋ ਸਕਦਾ ਵੀ ਸੋਸ਼ਲ ਕਰਕੇ ਗੈਦਰਿੰਗ ਆਪਣੇ ਫਰੈਂਡਾਂ ਦੇ ਨਾਲ ਲੈਂਦੇ ਹੋਣ, ਅਤੇ ਉਸ ਤੋਂ ਬਾਅਦ ਹੈਬਿਟ ਬਣ ਜਾਂਦੀ ਹੈ ਐਂਡ ਦੇ ਗੈਟ ਅਡਿਕਟਿਡ ਟੂ ਇਟ। ਅਤੇ ਉਸ ਤੋਂ ਬਾਅਦ ਕਿੰਨੇ ਕੁ ਚਿਰ ਬਾਅਦ ਤੁਹਾਨੂੰ ਲੱਗਦਾ ਕਿ ਉਹ ਆਪਣੀ ਹੈਲਪ ਲਈ ਮਦਦ ਆਪ ਮੰਗਦੇ ਆ ਜਾਂ ਨਹੀਂ ਮੰਗਦੇ? ਅਤੇ ਤੁਸੀਂ ਟਾਈਮ ਲਿਮਿਟ ਨਹੀਂ ਪਾ ਸਕਦੇ ਕਿਸੇ, ਹੈ ਨਾ। ਕਈ ਤਾਂ ਸਾਰੀ ਉਮਰ ਹੀ ਲਗਾ ਦਿੰਦੇ ਆ, ਓਕੇ, ਵਿਦਆਊਟ ਰਿਅਲਾਈਜ਼ਿੰਗ ਕਿ ਸਾਨੂੰ ਲੋੜ ਆ, ਪ੍ਰੋਬਲਮ ਹੈ, ਜਾਂ ਉਹਨਾਂ ਨੇ ਐਕਸੈਪਟ ਹੀ ਨਹੀਂ ਕਰਨਾ ਹੁੰਦਾ, ਹੈ ਨਾ, ਮਰੇ ਜਾਂਦੇ ਆ, ਰਾਈਟ। ਕਈ ਉਹਨਾਂ ਨੂੰ ਛੇਤੀ ਰਿਅਲਾਈਜ਼ ਹੋ ਜਾਂਦੇ ਆ। ਹੁਣ ਕਈ ਸਾਡੇ ਫੈਮਲੀਆਂ ਦੇ ਵਿੱਚ ਵੀ ਜਿਨ੍ਹਾਂ ਨੇ ਇੱਕ ਵਾਰੀ ਸ਼ਰਾਬੀ ਹੋ ਕੇ ਮੁੜ ਕੇ ਸ਼ਰਾਬ ਨੂੰ ਹੱਥ ਨਹੀਂ ਲਾਇਆ। ਹੁਣ ਸਾਡੇ ਵਰਗੇ ਸੀਗੇ
ਡਿੱਗਦੇ ਫਿਰਦੇ ਸੀਗੇ, ਪਤਾ ਨਹੀਂ ਕਿੰਨੀ ਵਾਰੀ ਸ਼ਰਾਬੀ ਹੋਏ ਆ, ਤਾਂ ਸਾਨੂੰ ਫਿਰ ਵੀ ਨਹੀਂ ਸੀ ਸੁਰਤ ਆਉਂਦੀ। ਸੋ ਯੂ ਕਾਂਟ ਪੁੱਟ ਅ ਟਾਈਮ ਲਿਮਿਟ ਔਨ ਇਟ। ਕਈ ਉਹ ਝੱਟ ਉਹਨਾਂ ਨੂੰ ਸੁਰਤ ਆ ਜਾਂਦੀ ਆ ਤੇ ਕਈਆਂ ਨੂੰ ਕਦੇ ਵੀ ਨਹੀਂ ਆਉਂਦੀ। So all it's depend on each person. Everyone's different. So ਜਦੋਂ ਪਹਿਲੀ ਵਾਰ ਜਦੋਂ ਟ੍ਰੀਟਮੈਂਟ ਕੋਈ ਵੀ ਸਟਾਰਟ ਕਰਦਾ ਜਾਂ ਜਿਨ੍ਹਾਂ ਨੇ ਕਰਨੀ ਹੋਏ ਟ੍ਰੀਟਮੈਂਟ ਆਪਣੀ ਡਰੱਗਸ ਦੀ, ਤੇ ਉਹ ਕੀ ਇਨਵੋਲਵਮੈਂਟ ਕੀ ਹੁੰਦਾ ਡਰੱਗਸ ਦੀ ਟ੍ਰੀਟਮੈਂਟ ਦੇ ਵਿੱਚ? ਡਰੱਗਸ ਦੀ ਟ੍ਰੀਟਮੈਂਟ ਵਿੱਚ ਜਿਹੜੇ ਕੈਨੇਬਿਸ ਆ ਉਹਨੂੰ ਘਟਾਉਣੀ ਚਾਹੀਦੀ ਆ ਜਾਂ ਬਿਲਕੁਲ ਬੰਦ, ਹੈ ਨਾ। ਹੌਲੀ ਹੌਲੀ ਘਟਾਵੇ ਕਿ ਇੱਕਦਮ ਹੀ ਜੇ ਤੁਸੀਂ ਘਟਾਉਂਦੇ ਆ ਤੇ ਫਿਰ ਹੋਰ ਵੀ ਹੈਲਥ ਪ੍ਰੋਬਲਮਸ ਹੋ ਸਕਦੇ ਆ। ਹੈਰੋਇਨ ਲਈ ਮੈਥਾਡੋਨ, ਸੁਬਟੈਕਸ, ਉਹ ਤੁਹਾਨੂੰ ਡਾਕਟਰ ਉਹ ਦਵਾਈਆਂ ਹੁੰਦੀਆਂ ਆ, ਉਹਨੂੰ ਜਿੱਦਾਂ ਇੱਕ ਕਿਸਮ ਦੇ ਸਬਸਟੀਟਿਊਟ ਕਰ ਦਿੰਦੀਆਂ ਆ। ਹਾਂਜੀ, ਰਾਈਟ। ਉਹ ਹੌਲੀ ਹੌਲੀ ਫਿਰ ਉਹ ਜਿਹੜੀ ਮੈਥਾਡੋਨ ਉਹ ਘਟਾਉਂਦੇ ਆ ਹੌਲੀ ਹੌਲੀ। ਕਈ ਮੈਂ ਦੇਖਿਆ ਜਿਹੜੇ ਆਪਾਂ ਜਿਨ੍ਹਾਂ ਦੀ ਮਦਦ ਕੀਤੀ ਆ, ਉਹ ਡਾਕਟਰ ਦੇ ਕਹੇ ਤੋਂ ਵੀ ਉਹ ਜ਼ਿਆਦਾ ਘਟਾ ਦਿੰਦੇ ਆ, ਕਰਕੇ ਉਹ ਕਲੀਨ ਹੋਣਾ ਚਾਹੁੰਦੇ ਛੇਤੀ। ਹਾਂਜੀ, ਰਾਈਟ। ਕੋਕੇਨ ਦੀ ਆ, ਕੋਕੇਨ ਇੱਕ ਉਹ ਤੁਹਾਨੂੰ ਇੰਨੀ ਐਡਿਕਟਿਵ ਨਹੀਂ ਆ, ਤੁਸੀਂ ਉਹ ਜਦ ਮਰਜ਼ੀ ਤੁਸੀਂ ਸਟਾਪ ਕਰ ਸਕਦੇ ਹੋ, ਹੈ ਨਾ। ਸੋ ਉਹ ਇਹ ਸਾਰੀ ਐਡਵਾਈਸ ਜਿਹਨੂੰ ਕਿਸੇ ਨੂੰ ਹੈਗੀ ਆ ਡਰੱਗਸ ਦੀ ਪ੍ਰੋਬਲਮ, ਜੇ ਤੁਸੀਂ ਆਪਣੇ ਡਾਕਟਰ ਨੂੰ, GP ਨੂੰ ਜਾਂ ਜਿਹੜੀਆਂ ਸੰਸਥਾ ਦਾ ਅਸੀਂ ਨਾਂ ਲਿਆ ਸਕਾ ਉਹਨਾਂ ਦੇ ਕੋਲ ਜਾ ਕੇ ਮਿਲਣ ਤੇ ਉਹ ਤੁਹਾਨੂੰ ਦੱਸ ਦੋਗੇ, ਕਿਉਂਕਿ ਫਿਰ ਮੈਂ ਜਿੱਦਾਂ ਨਾ ਹਰੇਕ ਬੰਦੇ ਦਾ ਕੇਸ ਡਿਫਰੈਂਟ ਹੁੰਦਾ ਹੈ। ਤੁਸੀਂ ਹੈ ਨਾ, ਇੱਕ ਟ੍ਰੀਟਮੈਂਟ ਨਹੀਂ ਸਾਰਿਆਂ ਦੇ ਕੰਮ ਆਉਣੀ ਆ। ਕਈਆਂ ਨੂੰ ਕਲੀਨਿਕ ਨੂੰ ਵੀ ਜਾਣ ਦੀ ਲੋੜ ਪੈਂਦੀ ਹੈ ਨਾ, ਆਪਣੇ ਰੀਹੈਬ। ਕਈ ਇੱਥੇ ਉਹ ਘਰ ਬਹਿ ਕੇ ਨਹੀਂ ਕਰ ਸਕਦੇ, ਉਹਨਾਂ ਨੂੰ ਜ਼ਿਆਦਾ ਤਕਲੀਫ ਆ। ਕਲੀਨਿਕ ਦੇ ਵਿੱਚ ਤੁਹਾਨੂੰ ਦਵਾਈ ਵੀ ਦਿੰਦੇ ਆ, ਤੁਹਾਨੂੰ ਸਾਰੀ ਤੁਹਾਡੀ ਮੈਡੀਕੇਸ਼ਨ ਉਹ ਤੁਹਾਨੂੰ ਮੋਨੀਟਰ ਕਰਦੇ ਆ, ਫਿਰ ਤੁਹਾਨੂੰ ਕਾਉਂਸਲਿੰਗ ਵੀ ਦਿੰਦੇ ਆ, ਥੈਰੇਪੀ ਵੀ ਦਿੰਦੇ ਆ, ਰਾਈਟ। ਉਹ ਕਈਆਂ ਨੂੰ ਉਹਦਾ ਬਹੁਤ ਫਾਇਦਾ ਹੈ। ਕਈ ਵਾਰੀ ਗੱਲਬਾਤ ਕਰਕੇ ਵੀ, ਗੱਲਬਾਤ ਵਿੱਚ ਵੀ ਉੱਦਾਂ ਵੀ ਕਈ ਸੁਸਾਇਟੀ ਦੇ ਵਿੱਚ ਰਹਿ ਕੇ ਜਾਂ ਆਪਣੇ ਘਰ ਰਹਿ ਕੇ ਨਹੀਂ ਕਰ ਸਕਦੇ, ਉਹਨਾਂ ਦੇ ਟੂ ਮੈਨੀ ਹੋਰ ਕਈ ਡਿਸਟਰੈਕਸ਼ਨਸ ਬਹੁਤ ਆ। ਹਾਂਜੀ, ਦੋਸਤ ਮਿੱਤਰ ਪਰ ਜਦੋਂ ਤੁਸੀਂ ਉਹਨਾਂ ਨੂੰ ਕਲੀਨਿਕ 'ਚ ਪਾਉਂਦੇ, ਕੋਈ ਉੱਥੇ ਤੁਹਾਨੂੰ ਮਿਲ ਨਹੀਂ ਸਕਦਾ। ਈਵਨ ਮਾਪੇ ਵੀ ਨਹੀਂ, ਤੁਹਾਡੇ ਮੋਬਾਈਲ ਫੋਨ ਵੀ ਲੈ ਲੈਂਦੇ ਆ, ਪਰ ਉਹ 'ਤੇ ਖਰਚ ਆਉਂਦਾ ਹੈ। ਸੋ ਉਹ ਕਿੰਨੇ ਕੁ ਪਰਸਨ ਹੋਰ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਜਿਹੜੀ ਟ੍ਰੀਟਮੈਂਟ, ਕਈ ਵਾਰੀ ਕਈ ਡਰਦੇ ਵੀ ਹੈ ਵੀ ਉੱਥੇ ਪਤਾ ਨਹੀਂ ਕੀ ਕਰਦੇ ਹੋਣਗੇ, ਬਿਕੋਜ਼ ਦੇ ਡੋਂਟ ਨੋ ਕਿ ਜਦੋਂ ਕਲੀਨਿਕ ਜਿਹੜਾ ਅਲੱਗ ਥਾਂ 'ਤੇ ਲਿਜਾ ਕੇ ਟ੍ਰੀਟਮੈਂਟ ਕੀਤੀ ਜਾ ਰਹੀ ਹੈ ਤੇ ਉਹਦੇ ਵਿੱਚ ਕੀ ਇਨਵੋਲਵ ਹੈ। ਉਹ ਟ੍ਰੀਟਮੈਂਟ ਜਿਹੜੀ ਅਲੱਗ ਹੁੰਦੀ ਹੈ ਉਹਦੇ ਵਿੱਚ ਕੀ ਇਨਵੋਲਵ, ਕਈ ਤਾਂ ਕਹਿੰਦੇ ਵੀ ਉੱਥੇ ਜਿਮ ਵੀ ਹੁੰਦਾ ਹੈ, ਸਰਟਨ ਐਕਸਰਸਾਈਜ਼ਸ ਵੀ ਕਰਾਈਆਂ ਜਾਂਦੀਆਂ ਨੇ, ਬਰੀਥਿੰਗ ਐਕਸਰਸਾਈਜ਼ ਹੁੰਦੀ ਹੈ, ਸਮ ਪੀਪਲ ਸੈਡ ਦੈਟ। ਪਰ ਜਿਨ੍ਹਾਂ ਨੂੰ ਨਹੀਂ ਪਤਾ ਵੀ ਉੱਥੇ ਟ੍ਰੀਟਮੈਂਟ ਕਿਸ ਤਰੀਕੇ ਦੀ ਹੁੰਦੀ ਹੈ, ਉਹਨਾਂ ਨੂੰ ਥੋੜ੍ਹਾ ਜਿਹਾ ਅਗਰ ਤੁਸੀਂ ਦੱਸੋ। ਜਿਹੜੀ ਰੀਹੈਬਸ ਹੈ ਨਾ, ਟ੍ਰੀਟਮੈਂਟ ਕਲੀਨਿਕਾਂ ਕੁਛ ਵੀ ਕਹਿ ਲਓ, ਜ਼ਿਆਦਾ ਰੀਹੈਬ ਕਹਿੰਦੇ ਜਾਂ ਟ੍ਰੀਟਮੈਂਟ ਸੈਂਟਰਸ, ਹਾਂਜੀ, ਡਿਫਰੈਂਟ ਆ। ਜਿਹੜੇ ਹੁਣ ਤੁਸੀਂ ਕਈਆਂ ਦੇ 12,000 ਪਾਉਂਡ 28 ਦਿਨਾਂ ਦੇ 12,000 ਪਾਉਂਡ ਆ। ਜਿਹੜੇ ਉਹ ਜਿਮ ਟ੍ਰੀਟਮੈਂਟ ਸੈਂਟਰਸ ਆ ਜਾਂ ਰੀਹੈਬਸ, ਉਹਨਾਂ 'ਚ ਜਿਮ ਵੀ ਹੁੰਦੀਆਂ ਆ, ਹੋਰ ਵੀ ਸਹੂਲਤਾਂ ਬਹੁਤ ਆ। ਜਿਹੜੇ ਹੁਣ 4,000 ਵਾਲੇ ਆ ਉਹ 'ਚ ਇੰਨੀਆਂ ਸਹੂਲਤਾਂ ਨਹੀਂ ਹੋਣੀਆਂ, ਪਰ ਪ੍ਰੋਬਲਮ ਇਹ ਆ ਕਈਆਂ ਦੇ ਕੋਲ ਤਾਂ 4,000 ਵੀ ਨਹੀਂ ਹੁੰਦਾ ਦੇਣ ਨੂੰ, 12,000 ਤਾਂ ਦੂਰ ਦੀ ਗੱਲ ਹੈ। ਤੇ ਉਹਦੇ ਵਿੱਚ ਕੀ ਤੁਹਾਡਾ GP ਨਹੀਂ ਹੈਲਪ ਕਰ ਸਕਦਾ? ਜਿੱਦਾਂ ਕਿ GP ਹੈਲਪ ਕਰ ਸਕਦਾ, GP ਯੈਸ। ਮੈਂ ਉਹੀ ਕਹਿੰਦਾ ਵੀ ਜੇ ਤੁਸੀਂ GP ਨੂੰ ਮਿਲ ਕੇ ਦੱਸੋ, ਜਿਹੜਾ ਬੰਦਾ ਚਾਹੁੰਦਾ ਆ ਕਿ ਆਪਣੇ ਡਰੱਗਸ ਤੋਂ ਜਾਂ ਸ਼ਰਾਬ ਤੋਂ ਨਸ਼ੇ ਐਂਡ ਸਟਾਪ ਕਰਨੇ, ਡਾਕਟਰ ਨੇ ਵੀ ਤੁਹਾਨੂੰ ਉਸੇ ਵੇਲੇ ਨਹੀਂ ਪਾਉਣਾ। ਕਈ ਸੋਚਦੇ ਕਿ ਡਾਕਟਰ ਨੂੰ ਮੈਂ ਜਾ ਕੇ ਹੁਣ ਮਿਲ ਲਿਆ ਵਾਂ ਤੇ ਕਹਿ ਦੇਵਾਂ ਯੈਸ ਆਈ ਵਾਂਟ ਇਟ, ਰਾਈਟ, ਤੇ ਤੁਹਾਨੂੰ ਉਹਨੂੰ ਵੇਟਿੰਗ ਲਿਸਟ 'ਤੇ ਪਾ ਦੇਣਾ, ਪਰ ਉਹਨਾਂ ਨੇ ਫਿਰ ਤੁਹਾਨੂੰ ਰਿਫਰ ਕਰਨਾ ਆ ਡਾਕਟਰ ਨੇ। ਹਾਂਜੀ, ਜਿਹੜੀਆਂ ਉਹ ਸੰਸਥਾ ਦਾ ਮੈਂ ਐਕੁਆਰੀਅਸ, ਟਰਨਿੰਗ ਪੁਆਇੰਟ, ਰਾਈਜ਼ ਐਕਸੈਟਰਾ, ਹੈ ਨਾ। ਫਿਰ ਉਹਨਾਂ ਨੇ ਤੁਹਾਡੇ ਨਾਲ ਕੰਸਲਟੇਸ਼ਨ ਕਰਕੇ ਕਹਿਣਾ ਵੀ ਤੈਨੂੰ ਇੱਥੇ ਐਵਰੀ ਵੀਕ ਆਉਣਾ ਪੈਣਾ, ਹੁਣ 4-5 ਵੀਕਾਂ ਲੈ ਨਾ। ਹੁਣ ਕਈ ਤਾਂ ਇੱਕ ਅਪੁਆਇੰਟਮੈਂਟ ਕਰਕੇ, ਪ੍ਰੋਬਲਮ ਪਤਾ ਕੀ ਆ, ਸਾਰੇ ਚਾਹੁੰਦੇ ਕਿ ਬਸ ਮੈਜਿਕ ਵੰਡ। ਕਈ ਟੈਲੀਫੋਨ ਕਰਦੇ ਆ ਸਾਨੂੰ। ਇੱਕ ਬੀਬੀ ਦਾ ਫੋਨ ਆਇਆ ਸੀਗਾ ਮੈਨੂੰ ਚੇਤੇ, ਪਿਛਲੇ ਸਾਲ ਕ੍ਰਿਸਮਸ ਦੇ ਦਿਨਾਂ 'ਚ, ਤੇ ਮੈਂ ਕੰਮ 'ਤੇ ਸੀਗਾ ਤੇ ਉਹਦੇ ਟੈਲੀਫੋਨ ਤੋਂ ਆਪਣੇ ਮੁੰਡੇ ਦੀ ਗੱਲ ਕਰ, ਡਰੱਗ ਐਡਿਕਟ ਸੀਗਾ ਤੇ ਕਹਿੰਦੀ ਸ਼ਰਾਬੀ ਬਹੁਤ ਪੀਂਦਾ ਸੀਗਾ, ਦੂਜਾ ਵਿਆਹ ਸੀਗਾ ਉਹਦਾ, ਕਹਿੰਦੀ ਹੁਣ ਕਹਿੰਦੀ ਆ ਦੂਜੀ ਤੀਵੀਂ ਵੀ ਕਹਿੰਦੀ ਹੁਣ ਛੱਡ ਕੇ ਇਹਨੂੰ ਚਲੋ, ਸ਼ੀ ਇਜ਼ ਫੈਡ ਅਪ। ਤੇ ਉਹ ਕਹਿੰਦੀ ਵੀ ਤੁਸੀਂ ਪੁੱਤ ਕਿੱਦਾਂ, ਕਹਿੰਦੀ ਤੁਸੀਂ ਕੀ ਕਰਦੇ ਆ? ਮੈਂ ਕਹਿੰਦੀ ਵੀ ਅਸੀਂ ਜਿੱਦਾਂ ਆਪਣੇ 5, 7, 15, 20 ਜਣੇ ਐਵਰੀ ਵੀਕ ਮੀਟਿੰਗਾਂ ਕਰਦੇ ਆ, ਅਸੀਂ ਇੱਕ ਦੋ ਆਪਣੇ ਜਿੱਦਾਂ ਅਸੀਂ ਠੀਕ ਹੋਏ ਆ ਜਾਂ ਜੋ ਸਾਨੂੰ ਪ੍ਰੋਬਲਮ ਆ, ਕਿ ਪ੍ਰੋਬਲਮ ਤਾਂ ਬੇਸ਼ੱਕ ਮੈਨੂੰ 11 ਸਾਲ ਹੋ ਗਏ ਛੱਡੀ ਨੂੰ ਸ਼ਰਾਬ, ਪ੍ਰੋਬਲਮ ਤਾਂ ਹਜੇ ਵੀ ਆਉਂਦੀਆਂ, ਉਹ ਬਹਿ ਕੇ ਅਸੀਂ ਇੱਕ ਦੂਜੇ ਨਾਲ ਖੁੱਲ੍ਹ ਕੇ ਗੱਲ ਕਰ ਲਈਦੀ ਆ। ਅਤੇ ਮੇਰੀਆਂ ਗੱਲਾਂ ਤੋਂ ਹੋਰ ਕਿਸੇ ਨੂੰ ਹੌਸਲਾ ਮਿਲਦਾ ਆ, ਅਤੇ ਉਹਦੀਆਂ ਤੋਂ ਮੈਨੂੰ ਮਿਲਦਾ ਹੈ, ਅਤੇ ਇੱਦਾਂ ਇੱਕ ਦੂਜੇ ਨੂੰ ਹੌਸਲਾ ਅਤੇ ਇੱਕ ਸਹਾਰਾ ਦਿੰਦੇ ਆ। ਹੁਣ ਮੈਂ 2-3 ਵਾਰੀ ਇਹ ਗੱਲ ਸਮਝਾਈ ਅਤੇ ਮੈਨੂੰ ਪਤਾ ਲੱਗ ਗਿਆ ਕਿ
ਇਹਨੂੰ ਆਂਟੀ ਨੂੰ ਯਕੀਨ ਨਹੀਂ ਆ। ਮੈਂ ਕਿਹਾ ਆਂਟੀ ਵੀ ਤੁਹਾਨੂੰ ਯਕੀਨ ਨਹੀਂ ਆਉਂਦਾ ਹੈ ਨਾ। ਉਹ ਹੱਸਣ ਲੱਗ ਗੱਲਾਂ ਦੇ ਨਾਲ ਸੋਚਦੇ ਵੀ ਕਿੱਦਾਂ ਟ੍ਰੀਟਮੈਂਟ ਹੋਊਗੀ ਹੈ। ਉਹ ਵੀ ਹੱਸਣ, ਕਹਿੰਦੀ ਪੁੱਤ ਆਹੋ, ਕਹਿੰਦੀ ਗੱਲ ਤਾਂ। ਮੈਂ ਕਿਹਾ ਵੀ ਆਂਟੀ ਜੇ ਮੈਂ ਹੁਣ ਤੁਹਾਨੂੰ ਕਹਿ ਦੇਵਾਂ ਮੈਨੂੰ 100 ਪਾਉਂਡ ਤੂੰ ਭੇਜ ਦੇ ਡਾਕ ਰਾਹੀਂ, ਤਾਂ ਮੈਂ ਕਿ ਤੈਨੂੰ ਪੂਰੀ ਭੇਜ ਦਊਂਗਾ ਹੈ ਨਾ। ਹਾਂਜੀ। ਫਿਰ ਹੱਸਾਂ, ਕਹਿੰਦੀ ਗੱਲ ਕਈ ਸੋਚਦੇ ਕਿ ਬਸ ਕਿ ਪੈਸੇ ਸਿੱਟ ਕੇ ਈਵਨ ਜਿਹੜੇ ਟ੍ਰੀਟਮੈਂਟ ਸੈਂਟਰ ਆ 12,000 4,000 ਹੈ ਨਾ, ਕਿ ਪਤਾ ਨਹੀਂ ਉੱਥੋਂ ਨਹੀਂ। ਮੈਨੂੰ ਕਈਆਂ ਦਾ ਪਤਾ ਜਿਹਨੇ ਮੈਂ ਆਵ ਲੋਸਟ ਕਾਊਂਟ, ਗਿਣਤੀ ਭੁੱਲ ਗਏ ਕਿੰਨੀ ਵਾਰੀ ਜਾ ਚੁੱਕੇ ਆ। ਕਈ ਉਹ ਪਰਿਵਾਰ ਹੈ ਜਿਨ੍ਹਾਂ ਨੇ 50-60,000 ਪਾਉਂਡ ਈਵਨ 1 ਲੱਖ ਪਾਉਂਡ ਲਾ ਕੇ, ਤਾਂ ਫਿਰ ਵੀ ਨਹੀਂ ਉਹਨਾਂ ਦੇ ਔਲਾਦ ਬਚ ਸਕੀ। ਸੋ ਉਹ ਕੀ ਕਾਰਨ ਹੁੰਦਾ ਕਿ ਉਹ ਆਪ ਡੀਲਿੰਗ ਨਹੀਂ ਕਰ ਰਹੇ ਨਹੀਂ, ਆਪ ਮੈਂ ਇੱਕ ਪੈਣੀ ਨਹੀਂ ਦਿੱਤੀ। ਮੈਨੂੰ 11 ਸਾਲ ਹੋ ਗਏ। ਪਰ ਤੁਸੀਂ ਤੁਹਾਡੇ ਚ ਵਿਲਿੰਗ ਸੀਗੇ ਮੈਂ ਆਪਣੇ ਆਪ ਨੂੰ ਠੀਕ ਕਰਨਾ। ਜਿੰਨਾ ਚਿਰ ਉਹ ਬੰਦਾ ਨਹੀਂ ਚਾਹੁੰਦਾ, ਜਾਂ ਤੀਵੀਂ ਜਾਂ ਕੋਈ ਵੀ ਬੱਚਾ, ਕੋਈ ਐਨੀਵਨ, ਜਿੰਨਾ ਚਿਰ ਉਹ ਆਪ ਨਹੀਂ ਨਾ ਚਾਹੁੰਦਾ। ਕਈ ਕਹਿੰਦੇ ਨੇ ਜਿੰਨਾ ਚਿਰ ਤੁਸੀਂ ਐਨ ਮੂੰਹ ਭਰ ਰੌਕ ਬਾਟਮ, ਹਰੇਕ ਬੰਦੇ ਦਾ ਰੌਕ ਬਾਟਮ ਡਿਫਰੈਂਟ ਹੁੰਦਾ ਆ। ਮੇਰੀ ਘਰ ਵਾਲੀ ਨੇ ਮੈਨੂੰ ਕੱਢ ਦਿੱਤਾ ਸੀਗਾ ਬਾਹਰ, ਮੈਨੂੰ ਕਿਸੇ ਨੇ ਨਹੀਂ ਝੱਲਿਆ, ਇੱਕ ਮੇਰੀਆਂ ਭੈਣਾਂ ਤੋਂ ਛੁੱਟ। ਰਾਈਟ। ਤੇ ਜਦ ਮੈਂ ਉੱਥੇ ਆਪਣੇ ਸਿਸਟਰ ਦੇ ਘਰ, ਕਿ ਮੈਂ ਗੁਰਦੁਆਰੇ ਤਬਲਾ ਵੀ ਜ਼ਿਆਦਾ ਰਿਹਾ ਗਿਆਨੀਆਂ ਦੇ ਨਾਲ, ਗੁਰਦੁਆਰੇ ਦੀਆਂ ਕਮੇਟੀਆਂ 'ਚ ਵੀ ਰਹਿ ਚੁੱਕਾ। ਜਦ ਮੈਂ ਦੇਖਿਆ ਵੀ ਮੇਰਾ ਆਪਣਾ ਘਰ ਹੋਵੇ, ਫੈਮਿਲੀ ਹੋਵੇ, ਤਾਂ ਕੀ ਸ਼ਰਾਬ ਨੇ ਮੈਨੂੰ ਕਿੱਥੇ ਤੱਕ ਪਹੁੰਚਾਤਾ। ਫਿਰ ਮੈਨੂੰ ਠੋਕਰ ਲੱਗੀ। So there was a realizing I had a moment, ਕਿ ਕਿੱਥੇ ਸ਼ਰਾਬ ਨੂੰ। ਫਿਰ ਮੈਨੂੰ ਯਾਦ ਆ 2009 ਦੇ ਵਿੱਚ ਜਨਵਰੀ ਦੇ ਵਿੱਚ, ਜਨਵਰੀ ਦੀ 30 ਤਰੀਕ ਨੂੰ ਮੈਂ ਲਾਸਟ ਘੁੱਟ ਆਪਣਾ ਸ਼ਰਾਬ ਦਾ ਪੀਤਾ। ਤੀਜੇ ਮਹੀਨੇ ਜਾ ਕੇ ਮੈਂ ਮੀਟਿੰਗਾਂ ਕਰਨ ਲੱਗ ਪਿਆ, ਤਾਂ ਉੱਥੋਂ ਮੈਨੂੰ ਬਹੁਤ ਸਹਾਰਾ ਹੋਇਆ। ਤੇ ਦੱਸ, ਮੈਂ ਕੋਈ ਗੋਲੀ ਨਹੀਂ ਖਾਧੀ, ਕੋਈ ਜਾਦੂ ਮੰਤਰ ਨਹੀਂ ਸੀਗਾ, ਪਰ I had to work ਕਰਕੇ ਬਿਮਾਰੀ rests in the mind, ਦਿਮਾਗ 'ਚ ਸੀਗੀ। ਤੇ ਫਿਰ ਮੈਨੂੰ ਆਪਣੇ ਤੇ ਵਰਕ ਕਰਨਾ ਪਿਆ। ਸੋ ਜਸਟ ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਹੈਗਾ ਕਿ ਤੁਸੀਂ ਆਪਣੇ ਆਪ ਹੀ ਇਨਵੇ, ਸੋ you didn't went to GP or anything like that? GP ਤੇ ਮੈਂ ਗਿਆ, GP ਦੇ ਤੇ ਮੈਂ ਗਿਆ। GP ਨੇ ਮੈਨੂੰ, ਕਿਉਂਕਿ ਜਦੋਂ ਤੁਸੀਂ ਨਸ਼ਾ ਹੁਣ ਤੁਸੀਂ ਛੱਡਦੇ ਆ, ਕਿਉਂਕਿ ਮੇਰਾ ਲੀਟਰ ਤਾਂ ਮੈਂ ਪੀਂਦਾ ਸੀਗਾ ਦਿਹਾੜੀ ਦੇ, ਤਾਂ ਫਿਰ ਉਹਦੇ ਜਿਹੜੇ ਵਿਦਡਰੋਲ ਸਿੰਪਟਮਸ ਆ ਉਹ ਤਾਂ ਹੋਣੇ ਹੀ ਸੀਗੇ। ਹੱਥ ਮੇਰੇ ਕੰਮ 'ਤੇ, ਰਾਤ ਨੂੰ ਪਸੀਨਾ ਬਹੁਤ ਆਉਂਦਾ ਸੀਗਾ, ਭੁੱਖ ਨਹੀਂ ਸੀ ਲੱਗਦੀ, ਹੈਲੂਸੀਨੇਸ਼ਨਸ, ਸੁਪਨੇ ਜਿਹੜੇ ਭੈੜੇ ਭੈੜੇ ਆਉਂਦੇ ਸੀਗੇ। ਰਾਈਟ। ਸੋ ਉਹਦੇ ਲਈ ਡਾਕਟਰ ਤੁਹਾਨੂੰ ਗੋਲੀਆਂ ਦਿੰਦਾ ਹੈ। ਵਿਟਾਮਿਨ ਬੀ, ਮੈਂ ਬਹੁਤ ਕਮਜ਼ੋਰ ਹੋ ਗਿਆ ਸੀਗਾ, 8 ਸਟੋਨ ਦਾ ਭਾਰ ਮੇਰਾ ਹੋ ਗਿਆ ਸੀਗਾ। ਰਾਈਟ। ਵਿਟਾਮਿਨ ਬੀ ਦਿੱਤੀ, ਥਾਇਮੀਨ ਦਿੱਤੀ। ਸੋ ਡਾਕਟਰ ਉਹ ਚੀਜ਼ਾਂ ਤਾਂ ਦੇ ਸਕਦਾ ਆ, ਪਰ ਜਿਹੜੀ ਤੁਹਾਡੇ ਦਿਮਾਗ ਲਈ ਨਹੀਂ ਕੁਛ ਦੇ ਸਕਦਾ, ਉਹ ਤੁਹਾਨੂੰ ਆਪ ਸਮਝਾਉਣਾ ਪੈਣਾ। ਸੋ ਦਿਮਾਗ ਦੀ ਪਲੈਨਿੰਗ ਜਿਹੜੀ ਹੈ ਉਹਨੂੰ ਕਿਸ ਤਰੀਕੇ ਨਾਲ ਇਹਦੇ ਤੇ ਵਰਕਆਊਟ ਤੁਸੀਂ ਆਪ ਕਰਨਾ ਹੈਗਾ। ਹਾਂਜੀ, ਤੁਸੀਂ ਉਹਨਾਂ ਬੰਦਿਆਂ ਵਿੱਚ ਬੈਠੋਗੇ ਜਿਨ੍ਹਾਂ ਨੂੰ 5, 10, 11, 20 ਸਾਲ ਹੋ ਗਏ ਹੋਣ ਨਸ਼ੇ ਛੱਡੇ ਨੂੰ, ਫਿਰ ਉਹਨਾਂ ਤੋਂ ਤੁਸੀਂ ਸਿੱਖ ਸਕਦੇ ਆ। ਪਰ once again ਕਿ ਕਈ ਮੀਟਿੰਗਾਂ ਉਹ ਨਹੀਂ ਸੂਤ ਬਹਿੰਦੀਆਂ ਹਰੇਕ ਲਈ, ਤਾਂ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਤੁਹਾਨੂੰ ਨਹੀਂ ਉਹਨਾਂ ਮੀਟਿੰਗਾਂ 'ਚ ਆ ਕੇ ਚੀਜ਼ ਨਹੀਂ। ਕਈਆਂ ਨੂੰ 1-to-1 ਕਾਉਂਸਲਿੰਗ, ਜਿਹੜੀ ਜਿੱਦਾਂ ਆਪਾਂ ਹੈ ਨਾ ਕਾਉਂਸਲਿੰਗ ਕਰਦੇ ਆ, ਉਹ ਸੂਤ ਬਹਿੰਦੀ ਆ। ਕਈਆਂ ਨੂੰ ਗੁਰਦੁਆਰੇ ਜਾ ਕੇ ਸੇਵਾ ਕਰਨੀ, ਉਹ ਸੇਵਾ ਦੇ ਨਾਲ ਜੁੜ ਜਾਂਦੇ ਆ। ਕਈ ਗੁਰਬਾਣੀ ਨਾਲ ਜੁੜ ਜਾਂਦੇ ਆ। ਕਈ ਆਪਣੀ ਫੈਮਿਲੀ ਦੇ ਨਾਲ ਮੁੜ ਕੇ ਰੀਕਨੈਕਟ ਹੋ ਜਾਂਦੇ ਜਦ ਉਹਨਾਂ ਨੂੰ ਪਤਾ ਲੱਗਦਾ ਆ। ਹੁਣ ਕੇਸ ਕਈ ਆਈ ਆ, ਹੁਣ ਠੀਕ ਆ, ਲੋਕਡਾਊਨ ਦੇ ਵਿੱਚ ਕਈਆਂ ਦੀ ਸ਼ਰਾਬ ਵੱਧ ਗਈ ਸੀਗੀ। ਰਾਈਟ। ਪਰ ਕਈਆਂ ਦੇ ਪੋਜ਼ੀਟਿਵ ਵੀ ਸੀਗਾ, ਉਹ ਕਹਿੰਦੇ ਵੀ ਅਸੀਂ ਇੰਨਾ ਚਿਰ ਆਪਣੀ ਫੈਮਿਲੀ 'ਚ ਕਦੇ ਬੈਠ ਕੇ ਨਹੀਂ ਦੇਖਿਆ। ਨਿਆਣੇ 'ਚ ਇੰਨਾ ਚਿਰ ਕਦੇ ਬੈਠ ਕੇ ਨਿਆਣੇ ਸਾਡੇ ਨਾਲ ਬੋਲਣ ਲੱਗ ਪਏ, ਦੀ ਦਾ ਵੀ ਡੈਡੀ ਸੋਫੀ ਆ ਜਾਂ ਮੰਮੀ ਸੋਫੀ ਆ, ਤੇ ਉਹ ਕਨੈਕਸ਼ਨ ਮੁੜ ਕੇ ਹੋਣ ਲੱਗ ਪਿਆ। ਸੋ ਹਰੇਕ ਇਨਸਾਨ ਦੇ ਅਲੱਗ-ਅਲੱਗ ਐਵਰੀਥਿੰਗ। ਮੈਂ ਕਦੇ ਇਹ ਨਹੀਂ ਕਹਿੰਦਾ ਕਿ ਤੁਸੀਂ ਜੇ ਮੈਂ ਮੀਟਿੰਗਾਂ ਕਰਕੇ ਠੀਕ ਹੈ, ਤੁਸੀਂ ਮੀਟਿੰਗਾਂ 'ਤੇ ਜਾਓ। ਜੇ ਕੋਈ ਹੈ ਨਾ ਗੁਰਦੁਆਰੇ ਦਾ ਮੇਰੇ ਇੱਕ ਬਹੁਤ ਵੱਡਾ ਹਿੱਸਾ ਗੁਰਦੁਆਰਾ ਹੈ, ਤਾਂ ਮੇਰੀ ਸਿੱਖੀ ਆ। ਹਾਂਜੀ। ਰਾਈਟ। ਤੇ ਮੈਂ ਇਹ ਵੀ ਨਹੀਂ ਕਹਿੰਦਾ ਵੀ ਤੁਸੀਂ ਕਈ ਨਹੀਂ ਜਾ ਕੇ ਉਹ ਘਰ ਬਹਿ ਕੇ ਆਪਣਾ ਪਾਠ ਪੂਜਾ ਜਾਂ ਹੋਰ ਢੰਗ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਹੋਣਗੇ। ਸੋ ਸਪਿਰਿਚੁਅਲਿਟੀ ਤੁਸੀਂ ਕਹੋ ਕਿ ਬਹੁਤ ਇੰਪੋਰਟੈਂਟ ਪਾਰਟ ਸੀਗਾ ਤੁਹਾਡੀ। ਸਪਿਰਿਚੁਅਲਿਟੀ ਇਕੱਲੀ ਰਿਲੀਜਨ ਨਹੀਂ ਹੈ। ਹਾਂਜੀ। ਦਿਸ ਇਜ਼ ਵਾਟ ਆਈਵ ਲਰਨਡ, ਹੈ ਨਾ, ਇਹ ਮੇਰੇ ਵਿਚਾਰ ਆ, ਹੈ ਨਾ। ਸਪਿਰਿਚੁਅਲਿਟੀ ਇਜ਼ ਨਾਟ ਰਿਲੀਜਨ। ਸਪਿਰਿਚੁਅਲਿਟੀ ਇਜ਼ ਸਪਿਰਿਚੁਅਲ ਹੈ। ਇਹ ਤੁਹਾਡੀ ਜੋ ਅੰਦਰ ਤੁਹਾਡੀ ਭਾਵਨਾ ਆ ਜਾਂ ਆਤਮਾ ਆ, ਹੈ ਨਾ, ਉਹ ਆ। ਹੁਣ ਮੈਂ ਜਦ ਇਕੱਲਾ ਘਰ ਹੁੰਦਾ ਆ ਤਾਂ ਮੈਨੂੰ ਪੰਜਾਬੀ ਗੀਤਾਂ ਦੀ ਬਹੁਤ ਸ਼ੌਂਕ ਹੈ ਨਾ। ਘਰ ਜੇ ਕੋਈ ਨਾ ਹੋਵੇ ਤਾਂ ਮੈਂ ਆਵਾਜ਼ ਉੱਚੀ ਕਰਕੇ ਆਪਣੇ ਗਾਣੇ ਮੈਂ ਉਹਦੇ 'ਚ ਖੁਸ਼ ਹੋ ਜਾਂਦਾ ਹੈ ਨਾ। ਕਈ ਵਾਰੀ ਮੇਰਾ ਪਾਠ ਕਰਨ ਨੂੰ ਜੀ ਕਰਦਾ, ਮੈਂ ਪਾਠ ਲਾ ਲੈਂਦਾ। ਸੋ ਅਲੱਗ-ਅਲੱਗ ਤਰੀਕੇ ਦੇ ਨਾਲ ਤੁਸੀਂ ਆਪਣੇ ਮਾਈਂਡ ਦੇ ਵਿੱਚ, ਪਰ ਜੇ ਤੁਹਾਨੂੰ ਤਾਂ ਪਤਾ ਲੱਗੂਗਾ ਜੇ ਤੁਸੀਂ ਉਹਨਾਂ ਬੰਦਿਆਂ ਦੇ ਵਿੱਚ ਬਹਿ ਕੇ ਤੁਸੀਂ ਉਹਨਾਂ ਦੀ ਸੁਣਨ ਨੂੰ ਤਿਆਰ ਆ।
ਸੋ ਕੋਈ ਆਪਣਾ ਜਿਹੜਾ ਹੈਗਾ ਮਾਈਂਡ ਅਲੱਗ ਤਰੀਕੇ ਦੇ ਨਾਲ ਸੈੱਟ ਕਰਨਾ ਚਾਹੁੰਦਾ ਜੇਕਰ ਉਹ ਰਿਕਵਰ ਹੋ ਰਿਹਾ ਤੇ ਮਿਊਜ਼ਿਕ ਕੈਨ ਹੈਲਪ ਜਿੱਦਾਂ ਤੁਸੀਂ ਦੱਸਿਆ ਸਪਿਰਿਚੁਅਲਿਟੀ ਤੁਸੀਂ ਹੈਲਪ ਕਰ ਸਕਦੀ ਹੈ ਜਿੱਦਾਂ ਤੁਸੀਂ ਦੱਸਿਆ ਯੋਗਾ ਵਗੈਰਾ ਵੀ ਹੈਗਾ ਹੋਰ ਗੇਰਾ ਕੱਢਣ ਵਾਕਸ there's loads ਕਈ ਪੜ੍ਹਨਾ ਹੁਣ ਮੈਨੂੰ ਕਈ ਜਿਨ੍ਹਾਂ ਤੋਂ ਮੈਂ ਸਿੱਖਿਆ ਲਈ ਸੀਗੀ ਨੋਟਿੰਗਮ ਚੋਂ ਬੈਕਨ ਉਹਨਾਂ 'ਚ ਜਿਹੜੇ ਕਈ ਨਸ਼ਈ ਸੀਗੇ ਉਹ ਇੰਨਾ ਬੈਡ ਸੀਗੇ ਨਾ ਨਸ਼ਿਆਂ ਦੇ ਵਿੱਚ ਉਹ ਸਕੂਲੇ ਨਹੀਂ ਜਾਂਦੇ ਸੀਗੇ ਹਾਂਜੀ ਕਾਲਜ ਤੱਕ ਕੀ ਜਾਣਾ ਸਕੂਲੇ ਨਹੀਂ ਸੀ ਪੜ੍ਹੇ ਉਹਨਾਂ ਨੇ ਜਦੋਂ ਨਸ਼ੇ ਛੱਡ ਦਿੱਤੇ ਉਹਨਾਂ ਨੇ ਗਾਹਾਂ ਡਿਗਰੀਆਂ ਕਰ ਲਈਆਂ ਵਾਓ ਹੈ ਨਾ ਇਕੱਲਾ ਪੜ੍ਹ ਲਿਖ ਨਹੀਂ ਪਰ ਉਹਨਾਂ ਨੇ ਗਾਹਾਂ ਡਿਗਰੀਆਂ ਵੀ ਕੀਤੀਆਂ ਸੋ everyone's different ਪਰ ਜਿੰਨਾ ਚਿਰ ਤੁਸੀਂ ਨਸ਼ੇ ਨਹੀਂ ਨਾ ਤਿਆਗਦੇ ਉਹ ਸਟਾਪ ਨਹੀਂ ਕਰਦੇ ਯੂ ਨੋਟ ਗੋਇੰ ਟੂ ਨੋ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਤੁਹਾਡਾ ਕਨੈਕਸ਼ਨ ਕੀ ਆ ਜਿੰਨਾ ਚਿਰ ਤੁਸੀਂ ਉਹ ਨਸ਼ੇ ਕਰਦੇ ਤੁਹਾਡਾ ਕਨੈਕਸ਼ਨ ਉਹਦੇ ਨਾਲ ਹੀ ਹੈ ਨਸ਼ੇ ਦੇ ਨਾਲ ਹੀ ਬਾਕੀ ਕਨੈਕਸ਼ਨ ਟੁੱਟ ਜਾਂਦੇ ਆ ਬੇਸਿਕ ਬਿਕੋਜ਼ ਤੁਹਾਡੀ ਇੱਕ ਜਿਹੜੀ ਨੀਡ ਆ ਤੁਹਾਨੂੰ ਸਿਰਫ ਨਸ਼ਾ ਦਿਖਾਈ ਦਿੰਦਾ ਤਾਂ ਆਪਣੇ ਆਪ ਮੇਰੇ ਚ ਇੱਦਾਂ ਹੀ ਸੀਗਾ ਮੇਰੇ ਜਿੰਨੇ ਵੀ ਜੇ ਮੇਰੇ ਕੋਲ ਕੋਈ ਸਵਾਲ ਸੀਗਾ ਉਹਦਾ ਜਵਾਬ ਬੋਤਲ ਸੀਗੀ ਬੋਤਲ ਦੇ ਵਿੱਚ ਸੀਗਾ ਸਾਰਾ ਜੇ ਕੋਈ ਖੁਸ਼ੀ ਹੋਣੀ ਜਿਹੜੀ ਖੁਸ਼ੀ ਗਮ ਸਭ ਕੁਝ ਉਹ ਵੋਡਕਾ ਦੀ ਬੋਤਲ ਚ ਸੀਗੇ ਇੱਕ ਫਰੈਂਡ ਬਣਾਇਆ ਸੀ ਫਰੈਂਡ ਘਰ ਵਾਲੀ ਵੀ ਬਣਾਈ ਸੀਗੀ ਮਾਂ ਵੀ everything so just ਜਿੱਦਾਂ ਕਹਿ ਲਓ ਵੀ ਜਦੋਂ ਕਈ ਡੀਟੌਕਸ ਕਹਿੰਦੇ ਆ ਵੀ ਬਾਡੀ ਕਰ ਸਕਦੇ ਹੈਗੇ ਆ ਡਰੱਗ ਸਪੈਸ਼ਲੀ ਦੇ ਵਿੱਚ ਉਹਦੇ ਵਿੱਚ ਡੀਟੌਕਸ ਕਰਨ ਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਆ ਡਸ ਇਟ ਰੀਅਲੀ ਵਰਕ ਡੀਟੌਕਸ ਜਿਹੜੀ ਹੁੰਦੀ ਹੈ ਡੀਟੌਕਸ ਡਸ ਵਰਕ ਸਭ ਤੋਂ ਪਹਿਲਾਂ ਜੇ ਤੁਸੀਂ ਟ੍ਰੀਟਮੈਂਟ ਸੈਂਟਰ ਵੀ ਜਾਓਗੇ ਉਹਨਾਂ ਨੇ ਤੁਹਾਨੂੰ ਡੀਟੌਕਸ ਕਰਨਾ ਆ ਡੀਟੌਕਸ ਹੁੰਦਾ ਕੀ ਆ ਡੀਟੌਕਸ ਨਸ਼ਾ ਤੁਹਾਡੀ ਬਾਡੀ ਚੋਂ ਕੱਢਣਾ ਕਲੀਨਿਕਲੀ ਉਹ ਤੁਹਾਨੂੰ ਨਸ਼ਾ ਜਿੱਦਾਂ ਜੇ ਤੁਸੀਂ ਸ਼ਰਾਬ ਤੇ ਆ ਉਹਨਾਂ ਨੇ ਜੇ ਤੁਸੀਂ ਜ਼ਿਆਦਾ ਪੀਂਦੇ ਉਹਨਾਂ ਤਾਂ ਪਹਿਲਾਂ ਕਹਿੰਦੇ ਤੁਸੀਂ ਉਹਨੂੰ ਘਟਾਓ ਕਰਕੇ ਕਈਆਂ ਨੂੰ ਫਿੱਟ ਹੋਣ ਲੱਗ ਪੈਂਦੇ ਆ ਸੀਜ਼ਰਸ ਓਕੇ ਰਾਈਟ ਜਿੱਦਾਂ ਮਿਰਗੀ ਦਾ ਫਿੱਟ ਐਪੀਲੈਪਸੀ ਹਾਂਜੀ ਉਹ ਕਈਆਂ ਨੂੰ ਹੋਣ ਲੱਗ ਪੈਂਦੇ ਆ ਸੋ ਡਾਕਟਰ ਇਹ ਸਲਾਹ ਦਿੰਦੇ ਆ ਕਿ ਤੁਸੀਂ ਇਹਨੂੰ ਘਟਾਓ ਜਿੱਦਾਂ ਮੈਨੂੰ ਹੁੰਦੇ ਸੀਗੇ ਉਹ ਮੈਨੂੰ ਬਹੁਤ ਹੋ ਸਕੇ ਪਰ ਉਹ ਸੀਗਾ ਕਿ ਜੇ ਇੱਕ ਦਿਨ ਬੋਤਲ ਪੀ ਲੈਣੀ ਤੇ ਦੂਜੇ ਦਿਨ ਨਾ ਕੁਝ ਪੀਤਾ ਤਾਂ ਫਿਰ ਕਈ ਵਾਰੀ ਇੱਦਾਂ ਫਿੱਟ ਹੋ ਜਾਂਦਾ ਸੀਗਾ ਸੋ ਉਹ ਇਹ ਸਾਰੀ ਨਾ ਉਹ ਕੰਟਰੋਲ ਕਰਦੇ ਆ ਡੀਟੌਕਸ ਦੇ ਨਾਲ ਓਕੇ ਤੇ ਤਕਰੀਬਨ 5 to 7 ਡੇਜ਼ ਦੇ ਨਾਲ ਬੰਦਾ ਠੀਕ ਜਾਨੀ ਠੀਕ ਹੋ ਜਾਂਦਾ ਹੈ ਨਸ਼ਾ ਨਿਕਲ ਜਾਂਦਾ ਸੀ ਜਿਹੜੀ ਡਰੱਗਸ ਆ ਸ਼ਰਾਬ ਦੇ ਹੈ ਨਾ 5 to 7 ਡੇਜ਼ ਫॉर द ਸ਼ਰਾਬ ਪਰ ਜਿਹੜੇ ਡਰੱਗਸ ਆ ਉਹਨੂੰ ਜ਼ਿਆਦਾ ਚਿਰ ਲੱਗਦਾ ਹੈ ਸਪੈਸ਼ਲੀ ਹੈਰੋਇਨ ਕਰਕੇ ਉਹ ਤੁਹਾਨੂੰ ਫਿਰ ਉਹਨਾਂ ਨੇ ਮੈਥਡੋਨ ਦੇਣੀ ਹੁੰਦੀ ਹੈ ਓਕੇ ਉਹ ਫਿਰ ਹੌਲੀ ਘਟਾਦੇ ਆ ਸੋ ਸਟੈਪ ਬਾਈ ਸਟੈਪ ਕਰਦੇ ਆ ਹਾਂਜੀ ਸੋ ਪਰ ਇਟ ਡਸ ਵਰਕ ਡੀਟੌਕਸ ਜਿਹੜੀ ਡੀਟੌਕਸ ਡਸ ਵਰਕ ਉਹ ਵੀ ਸਾਡੇ ਲਿੰਕ ਹੈਗੇ ਆ ਕਈ ਬਹੁਤ ਮਹਿੰਗੇ ਆ ਤੇ ਹੁਣ ਕਾਫੀ ਚਿਰ ਹੋ ਗਿਆ ਹੁਣ ਜਿਹੜੇ ਸਸਤੇ ਆ ਜਾਂ ਜਿਹੜੇ ਬੰਦੇ ਆਪਣੇ ਆ ਉਹਨਾਂ ਦੇ ਨਾਲ ਅਸੀਂ ਸੰਬੰਧ ਬਣਾਏ ਹੋਏ ਆ ਤੇ ਉਹ ਕਰ ਦਿੰਦੇ ਆ so there is a help available so ਜਿਹੜੀ ਜਿੱਦਾਂ ਕਹ ਲਓ ਵੀ HIV ਐਂਡ AIDS ਦੀ ਵੀ ਜਿਹੜੀ ਸਪੈਸ਼ਲੀ ਜਿਹੜੇ ਡਰੱਗਸ ਲੈਂਦੇ ਆ ਉਹ ਰਿਸਕ ਹੁੰਦੀ ਹੈ ਉਹ ਰਿਸਕ ਜੇਕਰ ਕਈਆਂ ਨੇ ਹਟਾਣੀ ਹੋਏ ਕਿਸ ਤਰੀਕੇ ਦੇ ਨਾਲ what they should do ਉਹ ਤਾਂ ਫਿਰ ਸਿੰਪਲ ਹੈ ਜੀ ਤੁਸੀਂ ਉਸ ਦੇਖੋ that's a very good point ਜਿਹੜੀ ਤੁਸੀਂ ਗੱਲ ਕੀਤੀ ਹੈ ਹੁਣ ਜੇ ਆਪਾਂ ਕਹੀਏ ਨਾ ਕਿ ਸ਼ਰਾਬ ਕਰਕੇ ਤੁਹਾਡਾ ਘਰੇ ਹੀ ਜਾਂਦਾ ਲੱਗਦਾ ਆ ਜਾਂ ਤੁਹਾਡਾ ਲਿਵਰ ਹੀ ਆ ਸ਼ਰਾਬ ਕਰਕੇ ਵੀ ਤੁਹਾਨੂੰ ਥਰੋਟ ਕੈਂਸਰ ਵੀ ਹੋ ਸਕਦਾ ਕਿਡਨੀ ਦੀ ਪ੍ਰੋਬਲਮ ਵੀ ਹੋ ਸਕਦੀ ਆ ਤੁਹਾਡੇ ਪੈਰਾਂ 'ਚ ਵੀ ਨੁਕਸ ਹੋ ਸਕਦਾ ਆ ਰਾਈਟ ਸੋ ਜਿਹੜੇ ਹੈਲਥ ਇੰਪਲੀਕੇਸ਼ਨਸ ਜਾਂ ਜਿਹੜੀਆਂ ਹੋਰ ਬਿਮਾਰੀਆਂ ਲੱਗ ਸਕਦੀਆਂ ਆ ਉਹ ਸ਼ਰਾਬ ਕਰਕੇ ਵੀ ਕਈ ਆ ਤੇ ਜਿਹੜੇ ਡਰੱਗਸ ਕਰਕੇ ਆ ਜਿਹੜੇ ਹੁਣ ਨੀਡਲਾਂ ਇੱਕ ਦੂਜੇ ਦੀਆਂ ਵਰਤਦੇ ਆ HIV AIDS ਹੈਪੇਟਾਈਟਸ ਹੋਰ ਕਈ ਬਿਮਾਰੀਆਂ ਆ ਰਾਈਟ ਜੇ ਉਹਨਾਂ ਤੋਂ ਬਚਣਾ ਆ ਤੇ ਉਹਦੇ ਤੇ ਸਿੰਪਲ ਤਰੀਕਾ ਵੀ ਤੁਸੀਂ ਨਸ਼ੇ ਤਿਆਗੋ ਹੈ ਨਾ ਉਹਨਾਂ ਬਿਮਾਰੀ ਜਿੰਨਾ ਚਿਰ ਤੁਸੀਂ ਨਸ਼ੇ ਨਹੀਂ ਛਡਾਉਂਦੇ ਉਹਨਾਂ ਚਿਰ ਉਹ ਬਿਮਾਰੀਆਂ ਦਾ ਡਰ ਹੈਗਾ ਹੀ ਹੈਗਾ ਸ਼ਰਾਬ ਦਾ ਵੀ ਆ ਕਈ ਵਾਰ ਜਿੱਦਾਂ ਹਸਪੀਟਲ ਵਗੈਰਾ ਜਾਂ ਕਲੀਨਿਕ ਵਗੈਰਾ ਨੀਡਲਸ ਅਵੋਇਡ ਕੀਤੇ ਜਾਂਦੇ ਬੇਸਿਕਲੀ ਆਫ ਰਿਸਕ ਆਫ ਦੈਟ ਸੋ ਬੇਸਿਕਲੀ ਇਟਸ ਬੈਟਰ ਨਾਟ ਟੂ ਨਾਟ ਟੂ ਡੂ ਇਟ ਦੇयर इज नो ਸੇਫ ਵੇ ਤੁਸੀਂ ਇਹ ਥੋੜ੍ਹਾ ਕਹਿ ਸਕਦੇ ਕਿ ਜੇ ਤੁਸੀਂ ਹੈਰੋਇਨ ਕਰਨੀ ਹੈ ਤੇ ਜੇ ਆਪਣੇ ਚਿੱਟੀ ਦੇयर इज अ ਸੇਫ ਵੇ ਆਫ ਡੂਇੰਗ ਇਟ ਕੋਈ ਸੇਫ ਵੇ ਹੈ ਹੀ ਨਹੀਂ ਜੇ ਮੈਂ ਸ਼ਰਾਬ ਪੀਣੀ ਆ ਤੇ ਜੇ ਮੈਂ ਹੁਣ ਕਹਾਂ ਕਿ ਮੈਂ ਸੇਫ ਤਰੀਕੇ ਦੇ ਨਾਲ ਪੀਵਾਂ ਮੇਰੇ ਲਈ ਸੇਫ ਤਰੀਕਾ ਹੈ ਨਹੀਂ ਕੋਈ ਘੁੱਟ ਵੀ ਕਈਆਂ ਨੂੰ ਇਹ ਵੀ ਨਹੀਂ ਹੈਗਾ ਨਾ ਵੀ ਨੌਲੇਜ ਕਿ ਕਿੱਥੇ ਤੱਕ ਪੀਣੀ ਹੈ ਸਮ ਮੈਡੀਸਨ ਡਸ ਹੈਵ ਐਲਕੋਹਲ ਉਹ ਕਹਿੰਦੇ ਦਵਾਈਆਂ 'ਚ ਵੀ ਤਾਂ ਸ਼ਰਾਬ ਹੈਗੀ ਆ ਜਿਨ੍ਹਾਂ ਨੇ ਆਪਣਾ ਵਿਊ ਆਫ ਪੁਆਇੰਟ ਬਣਾਉਣਾ ਉਹ ਆਪਣੇ ਅਲੱਗ-ਅਲੱਗ ਤਰੀਕੇ ਦੇ ਨਾਲ ਬਣਾ ਲੈਂਦੇ ਆ ਜਸ ਇੱਕ ਹੋਰ ਕੁਐਸਚਨ ਮੈਂ ਪੁੱਛਣਾ ਚਾਹਾਂਗੀ ਜੇਕਰ ਜਿੱਦਾਂ ਹੁਣ ਆਪਾਂ ਮੇਨਲੀ ਵੀ ਆ ਬੇਸਡ ਇਨ ਬਰਮਿੰਗਮ ਹੈ ਨਾ ਇੱਥੇ ਲੋਕਲ ਜਿਹੜੇ ਹੈਗੇ ਕਿਹੜੇ ਟ੍ਰੀਟਮੈਂਟ ਸੈਂਟਰ ਹੋਊਗਾ ਜਿਹੜਾ ਕਿ ਹੈਲਪ ਕਰਦਾ ਹੋਊਗਾ ਬੇਸਿਕਲੀ ਔਨ ਡਰੱਗਸ ਐਂਡ ਐਲਕੋਹਲ ਜਿਹਦੇ ਨਾਲ ਅਸੀਂ ਸਿੱਖ ਰਿਕਵਰੀ ਨੈਟਵਰਕ ਜਿਹਦੇ ਨਾਲ ਅਸੀਂ ਸਾਡੇ ਵਧੀਆ ਸੰਬੰਧ ਬਣ ਚੁੱਕੇ ਆ ਤੇ ਮਹਿੰਗੀ ਨਹੀਂ ਆ ਤੇ ਆਪਣੇ ਉੱਚ ਪੰਜਾਬੀ ਭਰਾ ਕਾਫੀ ਆ ਹਾਂਜੀ ਤੇ ਉਹ ਹੈਗਾ ਲਿਵਿੰਗਸਟਨ ਹਾਊਸ
ਲਿਵਿੰਗਸਟਨ ਹਾਊਸ ਉਹ ਸਮੋਲ ਹੀਥ 'ਚ ਆ। ਓਕੇ, ਠੀਕ ਨਹੀਂ, ਤੇ ਮੈਂ ਉਹਨਾਂ ਦੀ ਮਸ਼ਹੂਰੀ ਨਹੀਂ ਕਰਦਾ, ਤੁਸੀਂ ਪੁੱਛਿਆ ਕਰਕੇ ਤਾਂ ਮੈਂ ਦੱਸਿਆ, ਨਹੀਂ ਤੇ ਮੈਂ ਨਾਂ ਨਹੀਂ ਸੀ ਲੈਣਾ ਉਹਨਾਂ ਦਾ। ਹਾਂ ਨੋ ਦੈਟਸ ਫਾਈਨ। ਸੋ ਉੱਥੇ ਮੈਂ ਵੀ ਜਾਂਦਾ ਆ, ਤੇ ਜਿੰਨੇ ਆਪਣੇ ਪੰਜਾਬੀ ਭਰਾਵਾਂ ਨਾਲ ਬਹਿ ਕੇ ਅਸੀਂ ਗੱਲਬਾਤ ਕਰੀਦੀ ਆ, ਰਾਈਟ। ਤੇ ਉਹਨਾਂ ਤੋਂ ਇਲਾਵਾ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇੱਥੇ ਜੇ ਉੱਥੇ ਨਹੀਂ ਜਾਣਾ ਚਾਹੁੰਦਾ, ਕੋਈ CGL ਚੇਂਜ ਗਰੋ ਲਿਵ ਸੰਸਥਾ ਹੈਗੀ ਆ, ਐਕੁਆਰੀਅਸ, ਇਹ ਸਾਰੀਆਂ ਸੰਸਥਾਵਾਂ ਹੈਗੀਆਂ ਜਿਨ੍ਹਾਂ ਦੇ ਕੋਲ ਤੁਸੀਂ ਜਾ ਕੇ ਆਪਣੀ ਹੈਲਪ ਲੈ ਸਕਦੇ ਆ। ਪਰ ਜਿਹੜਾ ਲਿਵਿੰਗਸਟਨ ਹਾਊਸ ਆ, ਇਹ ਮਹਿੰਗਾ ਵੀ ਹੈ ਨਹੀਂ, ਪੈਸੇ ਲੈਂਦੇ ਜ਼ਰੂਰ, ਰਾਈਟ, ਪਰ ਇਹ ਜਿੱਦਾਂ ਬਾਕੀ ਦੇ ਲੈਂਦੇ ਪਰ ਉਹਨਾਂ ਜਿੰਨਾ ਮਹਿੰਗਾ ਨਹੀਂ ਹੈ, ਪਰ ਉਹਦੇ 'ਚ ਇੰਨੀਆਂ ਸਹੂਲਤਾਂ ਵੀ ਹੈ ਨਹੀਂ, ਹੈ ਨਾ। ਓਕੇ, ਸੋ ਜਿਹੜੀ ਸਿੱਖ ਰਿਕਵਰੀ ਦੇ ਵਿੱਚ ਜਿੱਦਾਂ ਤੁਸੀਂ ਕਹਿ ਲਓ ਵੀ ਜਿੱਥੋਂ ਮੇਨਲੀ ਯੂ ਬੇਸਡ ਹੈ ਨਾ, ਤੇ ਉੱਥੋਂ ਦੀ ਅਗਰ ਜਿੱਦਾਂ ਹੁਣ ਜਿਹੜੇ ਸਾਡੇ ਵਿਊਅਰਸ ਨੇ ਜਿਹੜੇ ਦੇਖ ਰਹੇ ਨੇ, ਉਹਨਾਂ 'ਚੋਂ ਕੋਈ ਡਰੱਗਸ ਛੱਡਣਾ ਚਾਹੁੰਦਾ ਹੋਏ ਤੇ ਉਹ ਸਟ੍ਰਾਈਟ ਅਵੇ ਤੁਹਾਨੂੰ ਕਨੈਕਟ ਕਰ ਸਕਦਾ ਜੀ, ਤੇ ਤੁਸੀਂ ਅੱਗੇ ਇਨਫੋਰਮੇਸ਼ਨ ਜਿੱਦਾਂ ਉਹਨਾਂ ਨੂੰ ਕਾਂਚੀ TV ਨੂੰ ਉਹ ਸੰਪਰਕ ਕਰ ਸਕਦੇ ਆ। ਅਸੀਂ 2016 ਦੇ ਵਿੱਚ ਡਰਬੀ ਗੁਰੂ ਅਰਜਨ ਦੇਵ ਗੁਰਦੁਆਰਾ ਵਿਖੇ ਮੀਟਿੰਗਾਂ ਸ਼ੁਰੂ ਕੀਤੀਆਂ ਸੀ, ਜਿੱਦਾਂ ਮੈਂ ਕਿਹਾ ਸੀ ਇਕੱਠੇ ਬਹਿ ਕੇ, ਤੇ ਉਹ ਅੱਜ ਤਾਈਂ ਵੀ ਚੱਲਦੀਆਂ ਆ। ਤੇ ਉਹ ਤੋਂ ਬਾਅਦ ਸਾਊਥ ਹਾਲ ਸਿੰਘ ਸਭਾ ਗੁਰਦੁਆਰਾ ਨੇ ਸਾਡੇ ਨਾਲ ਸੰਪਰਕ ਕਰਕੇ ਜੋ ਅਸੀਂ ਕੰਮ ਉੱਥੇ ਸ਼ੁਰੂ ਕੀਤਾ ਸੀ, ਉਹ ਤੋਂ ਪ੍ਰਭਾਵਿਤ ਹੋ ਕੇ ਅਸੀਂ ਉੱਥੇ ਗਏ, ਉੱਥੇ ਵੀ ਇਹ ਮੀਟਿੰਗਾਂ ਸ਼ੁਰੂ ਕੀਤੀਆਂ। ਬਰਮਿੰਘਮ ਦੇ ਵਿੱਚ ਵੀ, ਇੱਥੇ ਸੋਹੋ ਰੋਡ ਬਾਬਾ ਦੀਪ ਸਿੰਘ ਦੇ ਪਿਛਲੇ ਪਾਸੇ ਮੰਡੇ ਵਾਲੇ ਦਿਨ ਓਕਲੈਂਡਸ ਕਮਿਊਨਿਟੀ ਸੈਂਟਰ ਆ, ਉੱਥੇ ਮੀਟਿੰਗ ਹੁੰਦੀ ਆ ਹਰੇਕ ਮੰਡੇ। ਸੋ ਉਹ ਆਪਣੇ ਏਸ਼ੀਅਨ ਪੰਜਾਬੀ ਉਹ 'ਚ ਗੋਰੇ ਵੀ ਆਦੇ, ਪਰ ਉਹ ਮੀਟਿੰਗ ਹੈ ਪੰਜਾਬੀਆਂ ਲਈ ਜ਼ਿਆਦਾ ਖਾਸ ਕਰਕੇ ਆ ਇਹ ਮੀਟਿੰਗ, ਜਿਹਦੇ ਵਿੱਚ ਜਿਹੜੇ ਇੰਗਲਿਸ਼ ਨਹੀਂ ਉਹ ਪੰਜਾਬੀ 'ਚ ਆਪਣੀ ਗੱਲ ਕਰ ਸਕਦੇ, ਸਾਰੇ ਸਮਝਦੇ। ਤੇ ਫਿਰ ਜੇ ਕੋਈ ਇੱਦਾਂ ਦਾ ਉਦਣ ਆਇਆ ਵੀ ਹੋਵੇ ਤਾਂ ਸਾਰੇ ਕੋਸ਼ਿਸ਼ ਕਰਦੇ ਕਿ ਪੰਜਾਬੀ 'ਚ ਗੱਲ ਕਰਨੇ ਨੂੰ। Oh, that's really ਤੇ ਇੱਕ ਹੋਰ ਕੁਐਸਚਨ ਮੈਂ ਪੁੱਛਾਂਗੀ ਰਿਲੇਟਡ ਟੂ ਡਰੱਗਸ, ਵੂਮਨਸ ਕਿੰਨੀਆਂ ਹੁੰਦੀਆਂ ਜਾਂ ਕਿੰਨੇ ਕੁ ਅੱਗੇ ਆ ਰਹੀਆਂ ਨੇ ਜਿਹੜੀਆਂ ਡਰੱਗਸ ਲੈਂਦੀਆਂ ਹੈਗੀਆਂ ਉਹਦੇ ਵਿੱਚ? ਵੂਮਨ ਖੁਸ਼ੀ ਦੀ ਗੱਲ ਵੀ ਹੈ ਤੇ ਦੁੱਖ ਵਾਲੀ ਗੱਲ ਵੀ ਆ। ਖੁਸ਼ੀ ਦੀ ਇਸ ਕਰਕੇ ਕਿ ਵੂਮਨ ਹੁਣ ਅੱਗੇ ਆ ਰਹੀਆਂ ਆ, ਪਰ ਦੁੱਖ ਦੀ ਇਹ ਗੱਲ ਹੈ ਕਿ ਕਈ ਹੁਣ ਜਿੱਦਾਂ ਉਹ ਨਸ਼ੇ ਦਾ ਸਹਾਰਾ ਟੋਲਦੀਆਂ ਆ ਕਿ ਐਵਰੀਡੇ ਜਿਹੜੀਆਂ ਘਰ ਦੇ ਵਿੱਚ ਪ੍ਰੋਬਲਮ ਆਉਂਦੀਆਂ ਜਾਂ ਹੋਰ ਪ੍ਰੋਬਲਮ, ਉਹ ਨਸ਼ੇ ਨੂੰ ਹੁਣ ਉਹ ਵੀ ਇੱਕ ਸਹਾਰਾ ਬਣਾਉਣ ਲੱਗ ਪਈਆਂ ਆ। ਕਿਉਂਕਿ ਅੱਜ ਸਾਡੇ ਸਮਾਜ ਦੇ ਵਿੱਚ ਜਿੱਥੇ ਬੰਦੇ ਅਸੀਂ ਐਕਸੈਪਟ ਬਹੁਤ ਚਿਰ ਦਾ ਕੀਤਾ ਕਿ ਬੰਦੇ ਪੀਂਦੇ, ਅੱਜ ਅਸੀਂ ਲੇਡੀਜ਼ ਵੀ ਉਹ ਕਹਿੰਦੇ ਵੀ ਅਸੀਂ ਵੀ ਐਕਸੈਪਟ, ਕਈਆਂ ਨੇ ਕਿ ਬਰਾਬਰ ਪੀਂਦੀਆਂ ਆ, ਪਰ ਉਹਨਾਂ ਦੀ ਬਰਾਬਰ ਦੀ ਉਹਨਾਂ ਦਾ ਕੰਮ ਵੱਧ ਜਾਂਦਾ ਆ, ਬੰਦਿਆਂ ਨਾਲੋਂ ਵੀ ਜ਼ਿਆਦਾ ਵੱਧ ਜਾਂਦਾ ਆ। ਤੇ ਹੁਣ ਜਿੱਦਾਂ ਮੈਂ ਦੱਸਿਆ ਕੋਕੇਨ ਵਿਆਹਾਂ ਸ਼ਾਦੀਆਂ ਦੇ ਵਿੱਚ ਉਹ ਵੀ ਔਰਤਾਂ 'ਚ ਵਧਿਆ ਆ, ਰਾਈਟ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੀਵੀਆਂ ਦੇ ਵਿੱਚ ਵੀ ਹੌਸਲਾ ਹੋ ਗਿਆ ਕਿ ਹਾਂ ਕਿ ਜੇ ਅਸੀਂ ਸਿੱਖ ਰਿਕਵਰੀ ਨੈਟਵਰਕ ਨੂੰ ਫੋਨ ਕਰਾਂਗੇ, ਇਹ ਐਵਰੀਥਿੰਗ ਇਜ਼ ਪ੍ਰਾਈਵੇਟ ਐਂਡ ਕੰਫੀਡੈਂਸ਼ੀਅਲ। ਸੋ ਇਹ ਕਈਆਂ ਲਈ ਬਹੁਤ ਵੱਡਾ ਇੱਕ ਚਿੰਤਾ ਦਾ ਗੱਲ ਹੈ ਕਿ ਸਾਡੀ ਗੱਲ ਨਾ ਕੋਈ ਕਰ ਦੇਵੇ। ਹਾਂਜੀ, ਸਪੈਸ਼ਲੀ ਜਿੱਦਾਂ ਤੁਸੀਂ ਜੇਕਰ ਆਪਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਵੀ ਜੇਕਰ ਆਪਾਂ ਬੰਦੇ ਡਰਦੇ ਆ ਕਿ ਸਾਡਾ ਕੋਈ ਪਤਾ ਨਾ ਲੱਗ ਜਾਏ, ਤੇ ਲੇਡੀਜ਼ ਤੇ ਫਿਰ ਏਸ਼ੀਅਨ ਹੋਣ ਕਰਕੇ ਆਪਣੀ ਕਮਿਊਨਿਟੀ 'ਚ ਕੁਛ ਇੱਦਾਂ ਦਾ ਹੈਗਾ। ਮੈਂ ਪਤਾ ਕੀ ਆ, ਇਹ ਲੋਕੀ ਸਹੀ ਹੈ ਜਿਹੜੇ ਨਾ ਮੇਰੇ ਕਈ ਫਰੈਂਡ ਆ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਉਹਨਾਂ ਨੂੰ ਬੜਾ ਹੌਸਲਾ ਕਰਕੇ ਫੋਨ ਕਰਦੇ, ਜਸ ਕਹਿੰਦੇ ਵੀ ਜਿੱਦਾਂ ਤੈਂ ਛੱਡੀ ਅਸੀਂ ਵੀ ਛੱਡਣੀ ਚਾਹੁੰਦੇ ਹਾਂ ਕਿ ਸਾਡੇ ਘਰ 'ਚ ਪ੍ਰੋਬਲਮ। ਮੈਂ ਕਹਿੰਦਾ ਕਿ ਤੂੰ ਗੁਰਦੁਆਰੇ ਆਓ ਆਪਾਂ ਮੀਟਿੰਗ ਕਰਦੇ ਹਾਂ। ਉਹ ਕਹਿੰਦੇ ਨਹੀਂ, ਕਹਿੰਦੇ ਵੀ ਅਸੀਂ ਕਿਸੇ ਦੇ ਸਾਹਮਣੇ ਨਹੀਂ ਗੱਲ ਕਰਨੀ। ਮੈਂ ਕਿਹਾ ਚੱਲ ਕੋਈ ਨਹੀਂ, ਮੈਂ ਸਾਹਮਣਾ, ਮੈਂ ਕਿਹਾ ਤੂੰ ਘਰ ਆ ਜਾਈਂ ਤਾਂ ਆਪਾਂ ਬਹਿ ਕੇ ਗੱਲ ਕਰ ਲਵਾਂਗੇ। ਜਿਹੜਾ ਬੰਦਾ ਆ ਉਹ ਇੰਨਾ ਡਰਦਾ ਆ, ਤੁਸੀਂ ਦੇਖੋ ਔਰਤ ਲਈ ਕਿੰਨਾ ਔਖਾ ਹੋਊਗਾ, ਹੈ ਨਾ। ਉਹ ਇਕੱਲਾ ਘਰਦਿਆਂ ਤੋਂ ਨਹੀਂ ਡਰਦੀ, ਕਿ ਸਮਾਜ ਤੋਂ ਵੀ ਡਰਦੀ ਆ ਕਿ ਲੋਕੀ ਮੈਨੂੰ ਕੀ ਕਹਿਣਗੇ, ਹੈ ਨਾ। ਅਤੇ ਸਾਡਾ ਸਮਾਜ ਵੀ ਨਾ ਜਿੱਥੇ ਅਸੀਂ ਡਿਫਰੈਂਟ ਹਾਂ, ਰਾਈਟ, ਅਸੀਂ ਅੱਗਾ ਪਿੱਛਾ ਨਹੀਂ ਦੇਖਦੇ ਕਿਸੇ ਦੀ ਧੀ ਨਾ ਕਿਸੇ ਦੇ ਪੁੱਤ, ਅਸੀਂ ਬਸ ਹੈ ਨਾ। ਜੇ ਪੰਜਾਬੀ ਜ਼ਬਾਨ ਹੈ ਇੱਕ ਬਹੁਤ ਮਿੱਠੀ ਜ਼ਬਾਨ ਆ, ਮੈਂ ਤਾਂ ਕਹੂੰਗਾ ਬਹੁਤ ਨਾਈਸ ਆ, ਹੈ ਨਾ। ਪਰ ਕਈ ਵਾਰੀ ਬੰਦੇ ਨੂੰ ਚੀਰ ਕੇ ਵੀ ਰੱਖ ਦਿੰਦੀ ਆ ਉਹ ਜ਼ਬਾਨ, ਹੈ ਨਾ। ਕਈ ਵਾਰੀ ਚਾਕੂ ਵਰਗੂ ਵੀ ਚੱਲਦੀ ਹੈ ਤੇ ਸੋਚਦੇ ਨੇ। ਹੁਣ ਅਸੀਂ ਮੈਨੂੰ ਚੇਤਾ ਭੁੱਲ ਗਿਆ ਕਿਹੜੇ ਸਾਲ ਦੇ ਵਿੱਚ, ਮੈਂ ਕਿਹਾ 2014 ਕਿ 15 ਵਿੱਚ ਡਰਬੀ ਗੁਰੂ ਅਰਜਨ ਦੇਵ ਅਸੀਂ ਜਿੰਨੇ ਅਸੀਂ ਨਸ਼ਈ ਸੀਗੇ, ਸੋਚਿਆ ਕਿ ਆਪਾਂ ਵੀ ਜਿਹੜੇ ਠੀਕ ਸੀਗੇ, ਜਿਹਨਾਂ ਨੂੰ ਸਾਲ 2 ਸਾਲ ਹੋ ਗਏ ਸੀਗੇ, ਉਹ ਕਹਿੰਦੇ ਜਸ ਸਾਡਾ ਵੀ ਚਿੱਤ ਕਰਦਾ ਵੀ ਅਖੰਡ ਪਾਠ ਕਰਾਈਏ। ਹਾਂਜੀ, ਇਕੱਠੇ ਹੋ ਕੇ ਸੀ ਕਿ ਚੱਲ ਚੰਗੇ ਸਜਾ ਸੀਗਾ, ਅਤੇ ਗੁਰਦੁਆਰੇ ਉੱਥੇ ਬੁੱਕ ਕੀਤਾ ਅਖੰਡ ਪਾਠ। ਅਤੇ ਜਿਹੜੇ ਨਸ਼ੇ ਕਰਦੇ ਸੀਗੇ ਉਹਨਾਂ ਦੀ ਚੜ੍ਹਦੀ ਕਲਾ ਲਈ, ਅਤੇ ਜਿਹੜੇ ਬੱਚੇ ਹੋ ਸੀਗੇ ਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ। ਹਾਂਜੀ, ਉਹ ਅਸੀਂ ਕਿਚਨ ਦੇ ਵਿੱਚ ਬੈਠੇ, ਮੈਂ ਐਤਵਾਰ ਵਾਲੇ ਦਿਨ
ਚਾਹ ਤੇ ਪਕੌੜੇ ਛਕਦਾ ਸੀਗਾ ਤਾਂ ਉਹ ਕਈਆਂ ਨੂੰ ਆਦਤ ਹੁੰਦੀ ਨਾ ਪੁੱਛਣ ਦੀ ਕਿ ਅੱਜ ਕਿਹਦਾ ਖੰਡ ਪਾਠ ਆ ਹੈ ਨਾ। ਇੱਕ ਬੰਦਾ ਸੀ ਕਮੇਟੀ ਵਾਲਾ ਹੀ ਸੀਗਾ ਤੇ ਮੈਂ ਉਸ ਵੇਲੇ ਕਮੇਟੀ 'ਚ ਸੀਗਾ ਤੇ ਕਮੇਟੀ 'ਚ ਤੁਹਾਨੂੰ ਪਤਾ ਹੀ ਹੈ ਵੀ ਖਿੱਚ ਤੂੰ ਹੁੰਦੀ ਰਹਿੰਦੀ ਹੈ ਥੋੜ੍ਹੀ ਬਹੁਤ ਨਹੀਂ, ਕਈਆਂ 'ਚ ਜ਼ਿਆਦਾ ਹੁੰਦੀ ਹੈ। ਉਹ ਮੈਨੂੰ ਸੁਣਾਉਣ ਲੱਗਾ, ਉਹ ਬੰਦੇ ਨੇ ਤਾਂ ਸਿਧਾਰਨ ਨਹੀਂ ਪੁੱਛਿਆ ਉਹਨੂੰ ਵੀ ਖੰਡ ਪਾਠ ਕਿਹਨਾਂ ਦਾ, ਉਹ ਝੱਟ ਦੇ ਨਹੀਂ ਕਹਿੰਦਾ ਸ਼ਰਾਬੀਆਂ ਦਾ ਆ। ਰਾਈਟ। ਤੇ ਮੈਨੂੰ ਤਾਂ ਸਮਝ ਗਿਆ, ਹਾਸਾ ਆਵੇ, ਮੈਂ ਕਿਹਾ ਦੱਸ ਹੈ ਨਾ ਕਿ ਜੇ ਹੋਰ ਕੋਈ ਉੱਦਾਂ ਦਾ ਕਮਜ਼ੋਰ ਦਿਲ ਵਾਲਾ ਹੁੰਦਾ ਉਹਨ ਹੈ ਨਾ, ਪਰ ਸੋਚਦੇ ਨਹੀਂ ਆ ਵੀ ਤੁਸੀਂ ਹੈ ਨਾ। ਕਈਆਂ ਦੇ ਜਿਹੜੇ ਇੱਦਾਂ ਗੱਲ ਕਰਦੇ ਉਹਨਾਂ ਦੇ ਘਰਾਂ 'ਚ ਆਪ ਪ੍ਰੋਬਲਮ ਹੁੰਦੀ ਹੈ। ਆਈ ਮੀਨ ਜੇਕਰ ਤੁਸੀਂ ਕੰਮ ਕਰਦੇ ਹੋ, ਆਈ ਮੀਨ ਇਸ ਫੀਲਡ ਦੇ ਵਿੱਚ ਯੂ ਟੈਂਡ ਟੂ ਸੀ ਡਾਕਟਰ ਕਿੰਨੇ ਮਿਲਦੇ ਹੋ, ਤੁਸੀਂ ਤਾਂ ਕਿੰਨੇ ਆਪਣੇ ਹੁਣ ਜਦੋਂ ਦੇ ਤੁਸੀਂ ਰਿਕਵਰ ਹੋਏ ਹੋ, ਆਈ ਐਮ ਸ਼ੋਰ ਯੂ ਸੀਨ ਮੈਨੀ। ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਜੇ ਹੈ ਨਾ। ਗੁਰਦੁਆਰੇ ਦੇ ਪ੍ਰਬੰਧਕਾਂ ਨੇ, ਹਾਂਜੀ, ਗੁਰਦੁਆਰੇ ਦੇ ਪ੍ਰਬੰਧਕ ਜਿਹੜੇ ਬਣੇ ਹੋਏ ਆ ਉਹਨਾਂ ਦੇ ਫੋਨ ਆਏ ਆ ਕਿ ਸਾਨੂੰ ਪ੍ਰੋਬਲਮ ਆ। ਰਾਈਟ। ਸਾਡੇ ਕੌਮ ਦੇ ਵਿੱਚ ਜਿਹੜੇ ਮਤਲਬ ਸ਼ਖਸੀਅਤਾਂ ਹਨ ਜਿਹੜੇ ਉੱਪਰ ਜਿਹਨਾਂ ਦੇ ਹਾਈ ਜਿਹੜੇ ਹੈ ਨਾ, ਉਹਨਾਂ ਦੇ ਘਰਾਂ 'ਚ ਪ੍ਰੋਬਲਮ ਆ। ਰਾਈਟ। ਸਾਰਿਆਂ ਦੇ ਘਰਾਂ 'ਚ ਪ੍ਰੋਬਲਮ ਆ, ਪਰ ਜਿਹੜੇ ਉਹੀ ਹੈ ਨਾ ਕਈ ਫਿਰ ਆਪਣਾ ਢੱਕਣਾ ਚਾਹੁੰਦੇ ਆ। ਰਾਈਟ। ਅਤੇ ਫਿਰ ਦੂਏ ਨੂੰ ਮੰਦਾ ਚੰਗਾ ਬੋਲਦੇ ਆ। ਅਤੇ ਆਪਾਂ ਤਾਂ ਜਿੰਨਾ ਤੇ ਤੁਹਾਨੂੰ ਦੱਸਿਆ ਹੈ ਕਿ ਐਵਰੀਥਿੰਗ ਇਜ਼ ਪ੍ਰਾਈਵੇਟ ਐਂਡ ਕੌਨਫੀਡੈਂਸ਼ੀਅਲ, ਅਸੀਂ ਕਿਸੇ ਦੀ ਗੱਲ ਨਹੀਂ ਕਰਦੇ। ਰਾਈਟ। ਸਾਡੇ ਘਰ ਦੇ ਜੀ ਕਈਆਂ ਨੇ ਟੈਲੀਫੋਨ ਕਰਕੇ ਮਦਦ ਮੰਗੀ ਆ ਅਤੇ ਕਿਸੇ ਉਹਦਾ ਨਹੀਂ। ਮੈਂ ਇਹੀ ਕਹੂੰਗਾ ਪਲੀਜ਼ ਰੀਚ ਆਊਟ ਹੈ ਨਾ। ਤੁਸੀਂ ਤਾਂ ਹੀ ਠੀਕ ਹੋ ਸਕੋਗੇ ਜੇ ਤੁਹਾਡੇ 'ਚ ਇਹ ਹੈ ਨਾ, ਜੇ ਤੁਸੀਂ ਕਿਸੇ ਨੂੰ ਹੈਲਪ ਮੰਗੋਗੇ। ਪਰ ਇਹ ਤੁਹਾਨੂੰ ਆਪਣੇ ਡਰ ਚੱਕਣਾ ਪੈਣਾ ਆ ਕਿ ਆਪਾਂ ਤਾਂ ਨਹੀਂ ਕਿਸੇ ਦੇ ਕੋਲ ਗੱਲ ਕਰਦੇ ਹਾਂ ਨਾ, ਅਸੀਂ ਕਹਿੰਦੇ ਵੀ ਤੁਸੀਂ ਨਾਲ ਇੱਥੇ ਆ ਕੇ ਬਰਾਬਰ ਸਾਡੇ ਬਹਿ ਜਾਓ ਤਾਂ ਅਸੀਂ ਤੁਹਾਨੂੰ ਕਾਂਚੀ TV 'ਤੇ ਜਾਂ ਹੋਰ ਕਿਸੇ TV ਚੈਨਲ 'ਤੇ ਤੁਹਾਡੀ ਜਾਂ ਗੁਰਦੁਆਰੇ ਦੀਆਂ ਸਟੇਜਾਂ 'ਤੇ ਨਹੀਂ, ਅਸੀਂ ਇਹੀ ਕਹਿੰਦੇ ਵੀ ਉਹਨਾਂ ਮੀਟਿੰਗਾਂ 'ਤੇ ਤੁਸੀਂ ਆਉਣ ਲੱਗ ਪਓ। ਹਾਂਜੀ। ਜਾਂ ਕਿਸੇ ਨਾਲ 1-to-1 ਕਾਉਂਸਲਿੰਗ ਕਰ ਲਓ ਤਾਂ ਤੁਹਾਡਾ ਕੋਈ ਨਾ ਕੋਈ ਹੱਲ ਲੱਭ ਸਕਦੇ ਆ। ਅਤੇ ਜਸਟ ਕਿੰਨੇ ਕੁ ਮੈਂਬਰ ਨੇ ਤੁਹਾਡੇ ਐਜ਼ ਯੂ ਨੋ, ਜਿੱਦਾਂ ਕੋਵਿਡ-19 ਦੇ ਦੌਰਾਨ ਤਾਂ ਕਾਫੀ ਆਈ ਮੀਨ ਵੱਧ ਵੀ ਗਏ ਆ, ਜਿੱਦਾਂ ਤੁਸੀਂ ਦੱਸਦੇ ਹੋ ਵੀ ਕਈ ਕੇਸਿਸ ਵੱਧੇ ਵੀ ਆ ਅਲਕੋਹਲਿਜ਼ਮ ਦੇ ਬਾਰੇ, ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਗਰੁੱਪ ਵਰਕ ਕਰਦੇ ਹੋ, ਕਿੰਨੇ ਕੁ ਹੈਗੇ ਮੈਂਬਰ? ਟੈਲੀਫੋਨ ਕੋਵਿਡ-19 ਕਰਕੇ ਕੇਸ ਤਾਂ ਵਧੇ, ਯੂ ਨੋ, ਟੈਲੀਫੋਨ ਕਾਫੀ ਆਦੇ ਸਕੇ ਜਿੱਦਾਂ ਮੈਨਚੈਸਟਰ ਤੋਂ ਵੀ, ਨੌਰਥ ਐਂਡ ਸਾਊਥ ਸਾਰੇ ਪਾਸਿਓਂ ਆਦੇ ਸਕੇ ਹੈ ਨਾ। ਰਾਈਟ। ਪਰ ਜਿਹੜੀਆਂ ਸਾਡੀਆਂ ਮੀਟਿੰਗਾਂ ਸੀਗੀਆਂ ਉਹ ਜਿਹੜੀਆਂ ਜਿੱਦਾਂ ਆਪਾਂ ਬੈਠੇ ਹਾਂ ਹੁਣ ਉਹ ਤਾਂ ਬੰਦ ਹੋ ਗਏ, ਪਰ ਜ਼ੂਮ ਰਾਹੀਂ ਜ਼ੂਮ ਰਾਹੀਂ ਬਹੁਤ ਸੀਗੀਆਂ। ਜ਼ੂਮ ਦਾ ਇੱਕ ਫਾਇਦਾ ਹੋ ਗਿਆ ਕਿ ਜਿਹੜੇ ਕਈਆਂ ਨੇ ਕਦੇ ਨਹੀਂ ਮੀਟਿੰਗ 'ਚ ਗਏ ਸੀਗੇ ਉਹ ਜ਼ੂਮ ਰਾਹੀਂ ਕਰਨ ਲੱਗ ਪਏ ਸੀਗੇ। ਸੋ ਉਹਦਾ ਫਾਇਦਾ ਹੋਇਆ। ਹੁਣ ਜਦੋਂ ਮੀਟਿੰਗਾਂ ਫੁੱਲੀ ਖੁੱਲ੍ਹ ਜਾਊਗੀਆਂ ਮੁੜ ਕੇ ਤਾਂ ਫਿਰ ਹੋ ਸਕਦਾ ਉਹ ਸ਼ਾਇਦ ਉਹ ਜਿਹੜੀਆਂ ਫੇਸ ਟੂ ਫੇਸ ਮੀਟਿੰਗਾਂ ਆ ਅਤੇ ਉਹਦੇ ਵਿੱਚ ਵੀ ਜਾਣਗੇ। ਪਰ ਕੇਸ ਵਧੇ ਵੀ ਆ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ, ਖੁਸ਼ੀ ਦੀ ਗੱਲ ਇਹ ਵੀ ਆ ਕਿ ਜਿਹੜੇ ਲੰਮੇ ਸਮੇਂ ਤੋਂ ਪੀਂਦੇ ਸੀਗੇ ਅਤੇ ਘਰ ਬਹਿ ਕੇ ਨਹੀਂ ਕਦੇ ਦੇਖਿਆ, ਉਹਨਾਂ ਨੇ ਘਰ ਬਹਿ ਕੇ ਘਰ ਫੈਮਲੀਆਂ ਦੇ ਨਾਲ ਟਾਈਮ ਸਪੈਂਡ ਕਰਨ ਲੱਗ ਪਏ। ਕੋਈ ਹੌਬੀ ਉਹਨਾਂ ਨੇ ਟੋਲ ਲਈ, ਗਾਰਡਨ 'ਚ। ਉਹ ਕਹਿੰਦੇ ਵੀ ਸਾਡਾ ਤਾਂ ਟਾਈਮ ਬਹੁਤ ਵਧੀਆ ਪਾਸ ਹੋਇਆ, ਨਹੀਂ ਤਾਂ ਅਸੀਂ ਬਾਹਰ ਪੱਬਾਂ 'ਚ ਬਹਿਣਾ ਸੀਗਾ ਜਾਂ। ਦੈਟਸ ਅ ਗੁੱਡ ਇਫੈਕਟ ਔਨ ਕਾਰਡਿਫ ਦਾ ਹੋਇਆ ਸਾਡੇ 'ਤੇ। ਸੋ ਕਈ ਐਵੇਂ ਨੈਗੇਟਿਵ ਸੋਚੀ ਜਾਂਦੇ ਕਿ ਨਹੀਂ ਸਾਡੇ ਤੋਂ ਕੇਸ ਬਹੁਤ ਵੱਧ ਗਏ, ਅਸੀਂ ਐਂ ਹੋ ਗਿਆ ਉਹ ਹੋ ਗਿਆ। ਪਰ ਮੈਂ ਕਹੂੰਗਾ ਨਹੀਂ, ਪੋਜ਼ੀਟਿਵ ਵੀ ਬਹੁਤ ਹੋਏ ਆ। ਪੋਜ਼ੀਟਿਵ ਵੀ ਬਹੁਤ ਹੋਏ। ਸੋ ਇਟਸ ਮਿਕਸ। ਜਿੱਦਾਂ ਆਪਾਂ ਹੈਗਾ ਕਈ ਵਾਰੀ ਪੋਜ਼ੀਟਿਵ ਧਿਆਨ ਘੱਟ ਦਿੰਦੇ ਆ, ਨੈਗੇਟਿਵ ਵੱਲ ਜ਼ਿਆਦਾ ਸੋਚਦੇ ਆ। ਹੁਣ ਉਹ ਵੀ ਸਾਡੇ ਨਾ ਜਿਹੜੇ ਪਰਿਵਾਰ ਆ, ਹੁਣ ਉਹਨਾਂ ਦਾ ਵੀ ਕਸੂਰ ਨਹੀਂ ਹੁੰਦਾ ਆ। ਰਾਈਟ। ਜਿਹੜਾ ਕੋਈ ਸ਼ਰਾਬ ਪੀਂਦਾ ਜਾਂ ਨਸ਼ੇ ਕਰਦਾ ਘਰ 'ਚ, ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰ ਉਹ ਵੀ ਕਈ ਵਾਰੀ ਬਹੁਤ ਨੈਗੇਟਿਵ ਬੋਲਣ ਲੱਗ ਪੈਂਦੇ ਆ ਉਸ ਵਿਅਕਤੀ ਨੂੰ। ਹਾਂਜੀ। ਹੈ ਨਾ। ਅਤੇ ਜਿੰਨਾ ਵੀ ਆਪਾਂ ਪੋਜ਼ੀਟਿਵ ਹੈ ਨਾ, ਆਈ ਨੋ ਇਟਸ ਹਾਰਡ, ਕਈ ਵਾਰੀ ਔਖਾ ਬਹੁਤ ਹੋ ਜਾਂਦਾ ਕਰਕੇ ਉਸ ਇਨਸਾਨ ਨੇ ਉਸ ਫੈਮਿਲੀ ਨੂੰ ਬਹੁਤ ਦੁੱਖ ਦੇ ਵਿੱਚੋਂ ਪਾਇਆ ਹੁੰਦਾ ਆ। ਹਾਂਜੀ। ਸੋ ਉਹਨਾਂ ਨੂੰ ਨਹੀਂ ਐਜੂਕੇਸ਼ਨ ਹੁੰਦੀ। ਪਰ ਜੇ ਹੁਣ ਮੈਨੂੰ ਹੁਣ ਜੇ ਮੈਂ ਮੰਮ ਨੂੰ ਕਈ ਵਾਰ ਸਟੇਜਾਂ 'ਤੇ ਵੀ ਕਿਹਾ ਆ, ਮੇਰੀ ਮੰਮ ਕਈ ਵਾਰੀ ਮੈਨੂੰ ਕਹਿ ਦਿੰਦੀ ਸੀ, ਕਹਿੰਦੀ ਵੀ ਤੇਰੇ ਨਾਲ ਤਾਂ ਜੰਮਿਆ ਇੰਨੀ ਕਦੇ ਪੀਤੀ, ਵੀ ਇਹ ਵੀ ਤਾਂ ਬੱਚੇ ਆਈ ਆ, ਵੀ ਸਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਤਾਂ ਐਂ ਨਹੀਂ ਕਿ ਆਈ ਡਿਡਨਟ ਵਾਂਟ ਟੂ ਹੀਅਰ ਦਾ ਕਰਕੇ ਮੈਂ ਆਪਣੇ ਆਪ 'ਚ ਅੱਗੇ ਹੀ ਫੀਲ ਕਰਦਾ ਮੈਂ ਮੰਮ ਨੂੰ ਲੈਟ ਡਾਊਨ ਕੀਤਾ, ਮੈਂ ਡੈਡ ਨੂੰ ਲੈਟ ਡਾਊਨ ਕੀਤਾ। ਜਦ ਤੁਸੀਂ ਉੱਪਰ 'ਤੇ ਹੋਰ ਇੱਦਾਂ ਦੀਆਂ ਗੱਲਾਂ ਸੁਣਦੇ, ਬੰਦਾ ਹੋਰ ਟਹਿ ਜਾਂਦਾ ਹੈ, ਕਹਿੰਦਾ ਮੈਂ ਤਾਂ ਹੈ ਹੀ ਨਕੰਮਾ। ਉਹ ਬੰਦਾ ਜਿਹੜਾ ਹੁੰਦਾ ਨਾ ਸਮਝ ਕੇ ਠੀਕ ਹੋਣ ਦੇ ਬਜਾਏ ਨਾ, ਉਹ ਕਹਿੰਦਾ ਵੀ ਇਹਦੇ ਨਾਲ ਤਾਂ ਮੈਂ ਪੀ ਜਾਵਾਂ। ਤੇ ਜਿੰਨਾ ਵੀ ਆਪਾਂ ਪੋਜ਼ੀਟਿਵ ਹੋ ਸਕਦੇ ਹਾਂ ਨਾ, ਆਈ ਨੋ ਇਟਸ ਹਾਰਡ, ਰਾਈਟ, ਪਰ ਪੋਜ਼ੀਟਿਵ ਰਹਿ ਕੇ ਕਿ ਕਈ ਵਾਰੀ ਉਹ ਬੰਦਾ ਠੀਕ ਹੋ ਜਾਂਦਾ ਹੈ। ਇਹ ਗੱਲ ਤੁਹਾਡੀ ਮੈਨੂੰ ਬਹੁਤ ਅੱਛੀ ਲੱਗੀ ਜਾਸ, ਜਿਹੜੀ ਤੁਸੀਂ ਕਹੀ ਵੀ ਜਿੱਦਾਂ ਤੁਹਾਨੂੰ ਕਿਉਂਕਿ ਤੁਸੀਂ ਉਸ ਐਕਸਪੀਰੀਅੰਸ ਤੋਂ ਗੁਜ਼ਰ ਰਹੇ ਸੀਗੇ। ਸੋ ਜਿਹੜੇ ਸਾਡੇ ਵਿਊਅਰਸ ਵੀ ਵੇਖ ਰਹੇ, ਅਗਰ ਉਹਨਾਂ ਦੇ ਘਰ ਵੀ ਕੋਈ ਇਹੋ ਜਿਹੀ ਸ਼ਿਕਾਇਤ ਹੈਗੀ ਹੈ, ਅਤੇ ਜਿੱਦਾਂ ਇਹਨਾਂ ਨੇ ਦੱਸਿਆ ਵੀ ਪੋਜ਼ੀਟਿਵਿਟੀ ਜਿਹੜੀ ਹੈ
ਪੁੱਟ ਡਾਊਨ ਨਹੀਂ ਕਰਨਾ ਉਸ ਇਨਸਾਨ ਨੂੰ ਤੇ ਉਹਦੇ ਨਾਲ ਜ਼ਿਆਦਾ ਇਫੈਕਟ ਹੋਏਗਾ ਕਿ ਉਹ ਜ਼ਿਆਦਾ ਪੀਏਗਾ। ਡੈਫੀਨਿਟਲੀ ਮੈਂ ਕਰਦਾ ਰਿਹਾ ਇੱਦਾਂ, ਰਾਈਟ। ਤੁਸੀਂ ਜਿਹੜਾ ਬੰਦਾ ਪੀਂਦਾ ਕਿ ਮੈਂ ਥੋੜ੍ਹਾ ਉੱਠ ਕੇ ਇੱਕ ਦਿਨ ਸੋਚਿਆ ਕਿ ਨਾ ਮੈਂ ਅਲਕੋਹਲਿਕ ਬਣਨਾ ਹੈ ਤੇ ਮੈਂ ਪਾਰਕ ਦੀਆਂ ਬੈਂਚਾਂ 'ਤੇ ਸੌਣਾ ਤੇ ਮੈਂ ਕਰਨੀ ਹੈ ਨਾ, ਰਾਈਟ। ਮੈਂ ਆਪਣੇ ਆਪ 'ਚ ਫੀਲ ਕਰਦਾ ਸੀ ਕਿ ਮੈਂ ਆਪਣੀ ਮੰਮੀ ਨੂੰ, ਖਾਸ ਕਰਕੇ ਮੰਮੀ ਨੂੰ, ਕਿ ਮੈਂ ਬਹੁਤ ਮੰਮੀ ਨੂੰ ਲੈਟ ਡਾਊਨ ਕੀਤਾ। ਮੈਂ ਕਈ ਵਾਰੀ ਇਸ ਗਮ ਦੇ ਵਿੱਚ ਪੀਂਦਾ ਸੀਗਾ ਤੇ ਵੀ ਜੇ ਮੰਮੀ ਨੇ ਉਲਟਾ ਕਹਿਣ ਲੱਗ ਪੈਣਾ ਵੀ ਤੂੰ ਇੱਦਾਂ ਆ ਤੂੰ ਉੱਦਾਂ ਆ, ਤੇ ਮੰਮੀ 'ਤੇ ਗੁੱਸਾ ਨਹੀਂ, ਮੈਂ ਫੀਲ ਕਰਦਾ ਸੀਗਾ ਕਿ ਮੈਂ ਹੋਰ ਢਹਿ ਜਾਂਦਾ ਸੀਗਾ ਕਿ ਮੈਂ ਇੰਨਾ ਨਕੰਮਾ, ਵਰਥਲੈਸ। ਬਿਲਕੁਲ। ਤੁਸੀਂ ਇਹੀ ਸੋਚਦੇ ਕਿ ਤੁਸੀਂ ਦੇਖ ਲਓ ਕਿ ਦੇਖ ਲਾ, ਉਸ ਵੇਲੇ ਮੈਂ ਅੱਜ ਤੋਂ 10 ਸਾਲ ਪਹਿਲਾਂ 11 ਸਾਲ ਪਹਿਲਾਂ ਆਈ ਫੈਲਟ ਵਰਥਲੈਸ। ਜੇ ਤੁਸੀਂ ਪੋਜ਼ੀਟਿਵ ਸੋਚਣਾ ਕਿ ਅੱਜ ਦੇਖ ਲੈ ਮੇਰਾ ਸੈਲਫ ਵਰਥ ਕਿੰਨਾ ਹੈ, ਹਾਂਜੀ, ਹੈ ਨਾ, ਮੈਂ ਪਾਵਰਲੈਸ ਸੀਗਾ ਤੇ ਅੱਜ ਮੈਂ ਕਿਸੇ ਨੂੰ ਪਾਵਰ ਦੇ ਸਕਦਾ ਹਾਂ। ਸੋ ਜੀ ਪੋਜ਼ੀਟਿਵ ਜੇ ਆਪਾਂ ਇਹਨਾਂ ਦੋ ਚੀਜ਼ਾਂ 'ਚੋਂ ਪੋਜ਼ੀਟਿਵ ਕੱਢ ਸਕਦੇ ਹਾਂ। ਸੋ ਜਿਹੜੀ ਇੱਕ ਹੋਰ ਮੈਂ ਤੁਹਾਡੇ ਕੋਲੋਂ ਕੁਐਸਚਨ ਪੁੱਛਾਂਗੀ, ਟ੍ਰੀਟਮੈਂਟ ਦਾ ਅਸੀਂ ਸੇਮ ਤਰੀਕੇ ਦੇ ਨਾਲ ਹੀ ਐਲਕੋਹਲ ਦੀ ਟ੍ਰੀਟਮੈਂਟ ਚੱਲਦੀ ਹੈਗੀ ਹੈ ਜਿੱਦਾਂ ਕਿ ਡਰੱਗਸ ਦੀ ਹੁੰਦੀ ਹੈ? ਨਾ, ਡਿਫਰੈਂਟ ਉਹੀ ਤੇ ਡਿਫਰੈਂਟ ਨਸ਼ੇ ਹਨ। ਹਾਂਜੀ, ਤੇ ਉਹ ਟ੍ਰੀਟਮੈਂਟ ਕਿੱਦਾਂ ਡਰੱਗਸ ਦੇ ਨਾਲੋਂ ਐਲਕੋਹਲ ਦੀ ਟ੍ਰੀਟਮੈਂਟ 'ਚ ਕੀ ਡਿਫਰੈਂਟ ਹੈਗਾ? ਤੁਹਾਨੂੰ ਦੱਸਿਆ ਨਾ, ਐਲਕੋਹਲ ਦੀ ਉਹਨਾਂ ਨੇ ਤੁਹਾਨੂੰ ਜਿੱਦਾਂ ਲਿਬਰੀਅਮ ਕਹਿੰਦੇ ਆ, ਡਿਆਜ਼ੀਪਾਮ ਹੈ ਨਾ, ਉਹ ਤੁਹਾਨੂੰ ਕਾਮ ਕਰਦੀ ਹੈ। ਸ਼ਰਾਬ ਦੇ ਨਾਲ ਤੁਹਾਡੇ ਹੱਥ ਕੰਬਦੇ ਆ, ਪਸੀਨਾ ਦਾ, ਸਾਰੀਆਂ ਸਿੰਪਟਮਸ ਆ, ਹੈ ਨਾ, ਉਹ ਵਿਡਰੋਲਸ ਸਿੰਪਟਮਸ ਜਿਹਨੂੰ ਕਹਿੰਦੇ ਆ, ਉਸ ਗੋਲੀ ਦੇ ਨਾਲ ਤੁਸੀਂ ਕਾਮ ਡਾਊਨ ਹੋ ਜਾਂਦੇ ਆ। ਫਿਰ ਤੁਹਾਡੇ ਬੋਡੀ 'ਚੋਂ ਜਿਹੜੀ ਨਰਿਸ਼ਮੈਂਟ ਹੁੰਦੀ ਆ, ਜਿਹੜੀਆਂ ਚੰਗਿਆਈ ਹੁੰਦੀ ਆ, ਉਹ ਗਈ ਹੁੰਦੀ ਆ। ਉਹ ਫਿਰ ਤੁਹਾਨੂੰ ਵਿਟਾਮਿਨ ਬੀ ਦਿੰਦੇ ਆ, ਥਾਈਮੀਨ ਦਿੰਦੇ ਆ, ਹੋਰ ਵਿਟਾਮਿਨ ਬੀ, ਹੈ ਨਾ, ਜਿਹੜੀ ਤੁਹਾਨੂੰ ਲੋੜ ਹੋਊਗੀ। ਜਿਹੜੀ ਡਰੱਗਸ ਦੀ ਆ ਉਹਦੀ ਦਵਾਈਆਂ ਡਿਫਰੈਂਟ ਆ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈਰੋਇਨ, ਮੈਥਾਡੋਨ। ਹਾਂਜੀ। ਸੋ ਉਹ ਡਿਫਰੈਂਟ ਆ। ਸੋ ਅਲੱਗ ਬੇਸਿਕਲੀ ਇੱਕ ਗੱਲ ਮੈਨੂੰ ਇਹ ਵੀ ਪਤਾ ਲੱਗੀ ਤੁਹਾਡੇ ਤੋਂ ਐਕਚੁਅਲੀ ਕਿ ਐਲਕੋਹਲ ਨੂੰ ਵੀ ਡਰੱਗਸ ਮੰਨਿਆ ਜਾਂਦਾ ਹੈਗਾ, ਬਿਕੋਜ਼ ਇਹ ਮੈਨੂੰ ਬਿਲਕੁਲ ਨਹੀਂ ਪਤਾ ਸੀ। ਐਜ਼ ਆਈ ਥਿੰਕ ਲੋਟ ਆਫ ਪੀਪਲ ਡੋਂਟ ਥਿੰਕ ਦੈਟ ਵੇ ਕਿ ਐਲਕੋਹਲ ਡਰੱਗ ਹੈਗੀ ਹੈ। ਡਰੱਗ ਨੂੰ ਜਿੱਦਾਂ ਕਹਿ ਲਓ ਵੀ ਆਪਣੀ ਕੋਕੀਨ ਹੋ ਗਈ ਜਾਂ ਕੈਨਬੀਜ਼ ਹੋ ਗਈ, ਇਹੋ ਡਰੱਗਸ ਮੰਨਦੇ ਨੇ। ਐਜ਼ ਯੂ ਸੈਡ ਕਿ ਜਿਹੜਾ ਦਰਵਾਜ਼ਾ ਹੈਗਾ ਬੇਸਿਕਲੀ ਸਟਾਰਟ ਐਲਕੋਹਲ ਤੋਂ ਹੁੰਦਾ, ਦੈਨ ਯੂ ਗੋ ਟੂ ਦ ਅਦਰ ਸਟੈਪਸ। ਜਸਟ ਹੋਰ ਤੁਸੀਂ ਕੀ ਮੇਨ ਸਾਡੇ ਜਿਹੜੇ ਏਸ਼ੀਅਨ ਬੇਸਿਕਲੀ ਸਾਰੇ ਏਸ਼ੀਅਨ ਨੇ ਜਿਹੜੇ ਸੁਣ ਰਹੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਹੈਗਾ ਕਿ ਡਰੱਗਸ ਦੇ ਬਾਰੇ ਤੇ ਐਲਕੋਹਲਿਜ਼ਮ ਦੇ ਬਾਰੇ? ਦੇਖੋ, ਮੈਂ ਤਾਂ ਆਪਣੇ ਜੋ ਮੈਂ ਆਪਣੇ ਪਿੰਡੇ ਹੰਡਾਇਆ ਆ, ਮੈਂ ਉਹੀ ਦੱਸ ਸਕਦਾ ਹਾਂ। ਤੇ ਜੋ ਮੈਂ ਮਹਾਰਾਜ ਦੀ ਕਿਰਪਾ ਆ, ਜੋ ਅਸੀਂ ਅੱਜ ਜੋ ਕੰਮ ਆਰੰਭਿਆ ਸੀਗਾ ਅੱਜ ਤੋਂ ਕਈ ਸਾਲ ਪਹਿਲਾਂ, ਤੇ ਉਹਦੇ 'ਚ ਸਫਲਤਾ ਵੀ ਮਹਾਰਾਜ ਨੇ ਬਖਸ਼ੀ। ਤਾਂ ਇਹਦੇ 'ਚ ਮੈਂ ਕਦੇ ਇਹ ਨਹੀਂ ਸੀ ਮਨ ਦੇ ਵਿੱਚ ਸੋਚਿਆ ਕਿ ਮੈਂ ਇੱਥੇ ਕਾਂਚੀ TV 'ਤੇ ਆ ਕੇ ਬੈਠੂੰਗਾ ਜਾਂ ਕਿਤੇ ਬੈਠੂੰਗਾ। ਤੇ ਜੇ ਅੱਜ ਮੈਂ ਨਸ਼ੇ ਤਿਆਗੇ ਆ ਤੇ ਜਿਹੜੀਆਂ ਚੀਜ਼ਾਂ ਮੈਂ ਭਾਲਦਾ ਸੀਗਾ ਜਦ ਨਸ਼ੇ ਕਰਦਾ, ਰਾਈਟ, ਉਹ ਅੱਜ ਮੈਨੂੰ ਨਸ਼ਾ ਰਹਿਤ ਜ਼ਿੰਦਗੀ ਜਿਉ ਕੇ ਅੱਜ ਉਹ ਮਿਲ ਰਹੀਆਂ ਆ। ਸੋ ਮੈਂ ਤਾਂ ਇਹੀ ਕਹੂੰਗਾ ਕਿ ਪਲੀਜ਼ ਜੇ ਕਿਸੇ ਨੇ ਨਸ਼ੇ ਛੱਡਣੇ ਆ, ਸ਼ਰਾਬ ਆ ਜਾਂ ਡਰੱਗਸ ਆ, ਬੇਸ਼ੱਕ ਸਾਨੂੰ ਨਾ ਟੈਲੀਫੋਨ ਕਰੋ, ਕਿਸੇ ਨਾ ਕਿਸੇ ਸੰਸਥਾ ਨੂੰ, ਆਪਣੇ ਡਾਕਟਰ ਨੂੰ ਜਾ ਕੇ ਅਪਰੋਚ ਕਰੋ। ਤਾਂ ਡਾਕਟਰ GP ਤੁਹਾਡਾ ਉਹੀ ਤੁਹਾਨੂੰ ਬਥੇਰੀ ਇਨਫੋਰਮੇਸ਼ਨ ਦੇ ਦੇਊਗਾ। ਤੇ ਹੁਣ ਸਾਡੇ ਲਿੰਕ NHS ਦੇ ਨਾਲ ਵੀ ਬਣੇ ਆ, ਰਾਈਟ। NHS ਵਾਲੇ ਸਾਡਾ ਜਿਹੜੇ ਪੰਜਾਬੀ ਭਰਾ ਜਾਂ ਭੈਣਾਂ ਜਾਂਦੀਆਂ ਟ੍ਰੀਟਮੈਂਟ ਲਈ, ਉਹ ਸਾਡਾ ਦੇ ਦਿੰਦੇ, ਕਹਿੰਦੇ ਵਿੱਚ ਤੁਸੀਂ ਆਪਣੇ ਭਾਈਚਾਰੇ ਦੇ ਵਿੱਚ ਰਹਿ ਕੇ ਤੁਸੀਂ ਰਿਕਵਰੀ ਕਰਨੀ ਆ, ਤੁਸੀਂ ਸਿੱਖ ਰਿਕਵਰੀ ਨੂੰ ਟੈਲੀਫੋਨ ਕਰ ਸਕਦੇ ਆ, ਸਿੱਖ ਰਿਕਵਰੀ ਨੈਟਵਰਕ ਨੂੰ। ਸੋ ਮੈਂ ਤਾਂ ਇਹੀ ਕਹੂੰਗਾ, ਪਲੀਜ਼ ਹੌਂਸਲਾ ਕਰਕੇ ਨਾ ਟੈਲੀਫੋਨ ਚੱਕੋ, ਡਰੋ ਨਾ, ਸ਼ਰਮ ਨਾ ਮੰਨੋ ਕਿ ਇਹ ਤੋਂ ਪਰੇ ਕਿੰਨੀ ਸ਼ਰਮ ਵਾਲੀ ਗੱਲ ਹੈ। ਮੈਂ ਸਮਰ ਦੇ ਦਿਨਾਂ ਦੇ ਵਿੱਚ ਗੋਡਿਆਂ ਤੱਕ ਕੋਟ ਹੁੰਦਾ ਸੀਗਾ ਮੇਰਾ, ਕਿ ਬੋਤਲ ਲੁਕੋ ਕੇ ਕਹਿਣਾ। ਤੇ ਜੇ ਹੈ ਨਾ, ਮੈਂ ਉਦੋਂ ਨਹੀਂ ਸੀ ਸ਼ਰਮ, ਅੱਜ ਮੈਨੂੰ ਕਾਹਦੀ ਸ਼ਰਮ ਹੈ? ਯਸ, ਮੈਂ ਐਲਕੋਹਲਿਕ ਹਾਂ। ਥੈਂਕ ਯੂ ਸੋ ਮਚ ਜੈਸ, ਥੈਂਕ ਯੂ ਸੋ ਮਚ। ਤੁਸੀਂ ਸਾਡੇ ਲਈ ਇੰਨੀ ਵਧੀਆ ਅੱਜ ਇਨਫੋਰਮੇਸ਼ਨ ਦਿੱਤੀ। ਆਈ ਐਮ ਸ਼ੋਰ ਕਿ ਮੈਨੀ ਪੀਪਲ ਗੋਇੰ ਟੂ ਟੇਕ ਐਡਵਾਂਟੇਜ ਆਫ ਦੈਟ ਐਂਡ ਕੰਟੈਕਟ ਯੂ ਇਸ ਵੈਲ। ਤੇ ਜਿੱਦਾਂ ਜੈਸ ਜੀ ਨੇ ਦੱਸਿਆ ਕਿ ਸ਼ਰਮ ਦੀ ਗੱਲ ਨਹੀਂ ਹੈ, ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਰੱਖ ਕੇ ਸਿਰਫ ਸਾਹਮਣੇ ਆਉਣ ਦੀ ਲੋੜ ਹੈਗੀ ਹੈ। ਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪ ਕਬੂਲ ਕਰੋ ਵੀ ਮੈਂ ਟ੍ਰੀਟਮੈਂਟ ਆਪਣਾ ਕਰਾਉਣਾ ਚਾਹੁੰਦਾ। ਸੋ ਅੱਜ ਦਾ ਸਾਡਾ ਸਫ਼ਰ ਹੈਲਥ ਟਾਕ ਦਾ ਇੱਥੇ ਹੀ ਫਿਨਿਸ਼ ਹੁੰਦਾ ਹੈ ਤੇ ਚੱਲਾਂਗੇ, ਮਿਲਾਂਗੇ ਤੁਹਾਨੂੰ ਨੈਕਸਟ ਵੀਕ ਫਿਰ ਕਿਸੇ ਨਵੇਂ ਹੈਲਥ टॉपिक के नाल। मैं अकेला ही चला था सफ़र पर, लोग मिलते गए और एक काफिला बनता गया। थैंक यू वेरी मच।